ਬੂਝਨ ਚਾਹੈ ਕੁਝ ਬਾਤ। ਜੋ ਬੂਝਨ ਚਾਹੈ ਕੁਝ ਬਾਤ। ਜੇ ਕੋਈ ਕਿਸੇ ਵੀ ਤਰ੍ਹਾਂ ਦੀ ਰਹਿਤ ਬੈਤ ਦੀ ਗੁਰਸਿੱਖੀ ਮਰਿਆਦਾ ਬਾਰੇ ਜੀਵਨ ਵਿੱਚ ਕਿਸ ਵਿਧ ਹੁਣ ਅੱਗੇ ਵਿਚਰਨਾ ਹੈ, ਕੀ ਰਹੁ ਰੀਤਾਂ ਨੇ ਖਾਲਸੇ ਦੀਆਂ, ਸੋ ਉਹ ਕੋਈ ਵੀ ਗੁਰਮੁਖ ਪਿਆਰਾ ਗੁਰੂ ਕਾ ਸਿੰਘ ਇਸ ਪਰਥਾਏ ਕੁਝ ਪੁੱਛਣਾ ਚਾਹੁੰਦਾ ਹੈ ਤੇ ਸੋ ਇਹ ਕਹਿ ਭਲੇ ਬਖਿਆਤ। ਸੋ ਇਹ ਭਲੇ ਸੋਹਣੇ ਤਰੀਕੇ ਦੇ ਨਾਲ ਉਸ ਗੁਰਮੁਖ ਪਿਆਰੇ ਨੂੰ, ਉਸ ਗੁਰੂ ਕੇ ਖਾਲਸੇ ਨੂੰ ਸਾਰੀ ਗੱਲ ਸਮਝਾ ਦੇਣਗੇ। ਹੁਣ ਇੱਥੇ ਕੋ ਰੋਕ ਕਰਕੇ ਨਾ ਮੈਂ ਬੇਨਤੀ ਕਰਦਾ, ਸਾਡਾ ਇਤਿਹਾਸ ਕਹਿੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਆਪ ਆਪਣੇ ਖਾਲਸੇ ਨੂੰ ਸਾਰੀ ਰਹਿਤ ਸੁਣਾਈ। ਜਿਸ ਵਕਤ 1699 ਦੇ ਅੰਦਰ ਗੁਰੂ ਖਾਲਸਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਅਸਥਾਨ ਤੇ ਗੁਰੂ ਕਲਗੀਧਰ ਸਾਹਿਬ ਜੀ ਹੋਰਾਂ ਨੇ ਖਾਲਸੇ ਦੀ ਸਿਰਜਣਾ ਕੀਤੀ, ਪੰਜ ਪਿਆਰੇ ਸਾਜੇ ਉਪਰੰਤ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਤਿਆਰ ਕੀਤਾ ਤੇ ਸਾਰੀ ਸੰਗਤ ਨੂੰ ਇਹ ਅੰਮ੍ਰਿਤ ਛਕਾਇਆ। ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਭਾਈ ਗੁਰਦਾਸ ਸਾਹਿਬ ਜੀ ਦੂਜੇ ਉਹਨਾਂ ਨੇ ਜ਼ਿਕਰ ਕੀਤਾ। ਸੋ ਇਸ ਤੋਂ ਬਾਅਦ ਫਿਰ ਕੁਝ ਘਟਨਾਵਾਂ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਕੇ ਪਾਸ ਗੁਰੂ ਜੀ ਕੇ ਲਿਖਾਰੀ ਭਾਈ ਨੰਦ ਲਾਲ ਸਾਹਿਬ ਜੀ ਬੈਠੇ, ਜੋ ਕਿ ਭਾਈ ਨੰਦ ਲਾਲ ਸਾਹਿਬ ਜੀਆਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਤੋਂ ਇੱਕ ਖਾਲਸੇ ਦੀ ਜੋ ਰਹਿਣੀ ਬਹਿਣੀ ਹੈ, ਜੋ ਨਿਤਨੇਮ ਹੈ, ਜੋ ਉੱਠਣ ਸੌਣ ਦਾ ਵਿਚਰਨ ਦਾ ਜੋ ਸਮਾਂ ਜੁਗਤਾਂ ਨੇ, ਉਹ ਸਾਰੀਆਂ ਪੁੱਛਣੀਆਂ ਕੀਤੀਆਂ। ਜਿਵੇਂ ਜਿਵੇਂ ਗੁਰੂ ਕਲਗੀਧਰ ਸਾਹਿਬ ਜੀ ਹੋਰਾਂ ਨੇ ਉਹ ਸਭ ਕੁਝ ਸਰਵਣ ਕਰਵਾਇਆ ਤੇ ਗੁਰੂ ਕੇ ਸਨਨ ਪਿਆਰੇ ਲਿਖਾਰੀ ਵਿਦਵਾਨ ਨੇ ਕੀਤਾ ਕਿ ਕਲਮ ਲੈ ਕਰਕੇ ਨਾ ਸਾਰਾ ਕੁਝ ਉਸੇ ਵਿਦ ਅੰਕਿਤ ਕਰ ਲਿਆ, ਲਿਖ ਲਿਆ। ਸਾਡੇ ਇਤਿਹਾਸ ਵਿੱਚ ਉਹਨਾਂ ਦੀਆਂ ਲਿਖੀਆਂ ਹੋਈਆਂ ਕੁਝ ਲਿਖਤਾਂ ਨੇ, ਜਿਨ੍ਹਾਂ ਦਾ ਖਾਸ ਕਰਕੇ ਇੱਥੇ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਕਿਹਾ ਹੈ, ਭਾਈ ਇਹ ਜੋ ਖਾਲਸੇ ਦਾ ਨਿਤਨੇਮ ਹੈ, ਖਾਲਸੇ ਦੀ ਰਹੁ ਰੀਤ ਵਿਚਰਨਾ, ਖਾਲਸਾ ਜਿਵੇਂ ਬਾਕੀ ਸਾਰੇ ਬੰਧਨਾਂ ਤੋਂ ਮੁਕਤ ਹੈ, ਉਹ ਸਾਰਾ ਤੁਸੀਂ ਭਾਈ ਨੰਦ ਲਾਲ ਜੀ ਪਾਸੋਂ ਪੁੱਛ ਸਕਦੇ, ਸਮਝ ਸਕਦੇ ਜੀ। ਸੋ ਗੁਰੂ ਕਲਗੀਧਰ ਸਾਹਿਬ ਜੀ ਹੋਰਾਂ ਨੇ ਆਪਣੇ ਮੁਖ ਤੋਂ ਜਿਵੇਂ ਬਖਸ਼ਿਸ਼ਾਂ ਕੀਤੀਆਂ, ਭਾਈ ਨੰਦ ਲਾਲ ਸਾਹਿਬ ਜੀਆਂ ਨੇ ਉਹ ਸਭ ਕੁਝ ਆਪਣੀ ਲਿਖਤ ਵਿੱਚ, ਇੱਕ ਉਹਨਾਂ ਦੀ ਲਿਖੀ ਹੋਈ ਲਿਖਤ ਹੈ ਜਿਹਨੂੰ ਅਸੀਂ ਰਹਿਤਨਾਮੇ ਦੇ ਨਾਮ ਤੋਂ ਜਾਣਦੇ ਹਾਂ। ਸੋ ਰਹਿਤਨਾਮੇ ਦੇ ਵਿੱਚ ਜਿਸ ਵਿਧ ਇੱਕ ਖਾਲਸੇ ਨੇ ਗੁਰੂ ਕੇ ਖੰਡੇ ਬਾਟੇ ਦੀ ਪੌਲ ਰਹਿ ਕਰਕੇ ਤੇ ਜਿੱਦਾਂ ਦਾ ਜੀਵਨ ਸ਼ੁਰੂ ਕਰਨਾ ਹੈ, ਸ਼ੁਰੂ ਕਰਨਾ ਮੈਂ ਸ਼ਬਦ ਤਾਂ ਵਰਤਦਾ ਕਿਉਂਕਿ ਖੰਡੇ ਬਾਟੇ ਦੀ ਪੌਲ ਲੈਣ ਤੋਂ ਪਹਿਲਾਂ ਤੇ ਲੈਣ ਤੋਂ ਬਾਅਦ ਸਾਡਾ ਨਵਾਂ ਜਨਮ ਹੈ। ਇੱਕ ਜਨਮ ਸਾਨੂੰ ਸੰਸਾਰਿਕ ਮਾਂ ਪਿਓ ਨੇ ਦਿੱਤਾ, ਇੱਕ ਜਨਮ ਸਾਡਾ ਉਦੋਂ ਹੁੰਦਾ ਹੈ ਜਦੋਂ ਅਸੀਂ ਪੰਜ ਪਿਆਰਿਆਂ ਦੇ ਸਨਮੁਖ ਹੋ ਕਰਕੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕਦੇ ਹਾਂ। ਬਾਣੀ ਵਿੱਚ ਵੀ ਜ਼ਿਕਰ ਹੈ, ਸਤਿਗੁਰੂ ਕਾ ਜਨਮ ਹੈ ਗਵਨ ਮਿਟਾਇਆ। ਇੱਕ ਜਨਮ ਸਾਡਾ ਉਹ ਹੈ। ਸੋ ਇਹ ਜਿਹੜਾ ਸਾਡਾ ਨਵਾਂ ਜਨਮ ਹੈ ਤੇ ਉਸ ਨਵੇਂ ਜਨਮ ਦੇ ਵਿੱਚ ਜੋ ਗੁਰੂ ਕੀ ਰਹਿਣੀ ਬਹਿਣੀ ਹੈ, ਜੋ ਗੁਰੂ ਕੀ ਮਰਿਆਦਾ ਹੈ, ਸੋ ਗੁਰੂ ਕੇ ਇਸ ਵਿਦਵਾਨ ਨੇ ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀ ਕੇ ਮੁਖ ਤੋਂ ਸਾਰੀਆਂ ਬਾਤਾਂ ਸੁਣੀਆਂ ਨੇ ਤੇ ਉਹਨਾਂ ਨੇ ਆਪਣੀ ਉਹ ਲਿਖਤ ਜਿਹੜਾ ਗੁਰੂ ਕਾ ਰਹਿਤਨਾਮਾ ਹੈ ਉਹਦੇ ਵਿੱਚ ਬਹੁਤ ਸੋਹਣੇ ਢੰਗ ਨਾਲ, ਬੜੇ ਵਿਸਥਾਰ ਨਾਲ ਉਹ ਸਾਰੇ ਜ਼ਿਕਰ ਕੀਤੇ ਨੇ। ਤੇ ਸਾਡੇ ਲਈ ਉਹ ਗ੍ਰੰਥ ਜਾਂ ਉਹ ਸਾਰਾ ਪੜ੍ਹਨਾ, ਵਾਚਣਾ, ਵਿਚਾਰਨਾ, ਉਹਦੀ ਕਥਾ ਕਰਨੀ ਬੜੀ ਲਾਜ਼ਮੀ ਹੈ, ਕਿਉਂਕਿ ਉੱਥੋਂ ਸਾਨੂੰ ਵੀ ਉਹ ਸਾਰੇ ਗੁਣ ਮਿਲਦੇ ਨੇ ਜਿਹੜੇ ਖਾਲਸੇ ਦੀ ਜ਼ਿੰਦਗੀ ਦੇ ਵਿੱਚ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਭਰਨਾ ਚਾਹੁੰਦੇ ਨੇ, ਵੇਖਣਾ ਚਾਹੁੰਦੇ ਨੇ। ਸੋ ਉਹ ਬੜੇ ਵਿਸਥਾਰ ਨਾਲ ਇੱਥੇ ਥੋੜ੍ਹਾ ਜਿਹਾ ਗੁਰਪ੍ਰਤਾਪ ਸੂਰਜ ਦੀ ਕਥਾ ਨੂੰ ਆਪਾਂ ਵਿਸ਼ਰਾਮ ਦੇ ਕਰਕੇ ਤੇ ਭਾਈ ਨੰਦ ਲਾਲ ਸਾਹਿਬ ਜੀ ਦੀ ਜਿਹੜੀ ਲਿਖੀ ਲਿਖਤ ਰਹਿਤਨਾਮਾ, ਉਹ ਥੋੜ੍ਹੇ ਜਿਹੇ ਵਚਨ ਨੇ, ਉਹਨਾਂ ਨੂੰ ਨਾਲ ਹੀ ਲੈ ਕੇ ਚੱਲਦੇ ਹਾਂ, ਵਿਚਾਰ ਕੇ ਫਿਰ ਅੱਗੇ ਇਸ ਕਥਾ ਨੂੰ ਤੋਰਦੇ ਹਾਂ। ਸੋ ਜਿਸ ਵਿਧ ਭਾਈ ਸਾਹਿਬ ਜੀ ਹੋਰਾਂ ਨੇ ਲਿਖਿਆ, ਕਿਉਂਕਿ ਉਹਨਾਂ ਦੀ ਜਦੋਂ ਉਹ ਲਿਖਤ ਪੜ੍ਹੀ ਦੀ ਹੈ ਨਾ, ਰਹਿਤਨਾਮਾ ਨਾਮ ਹੈ ਉਸ ਉਹਨਾਂ ਦੀ ਲਿਖਤ ਦਾ, ਰਹਿਤਨਾਮਾ, ਉਹਦੇ ਵਿੱਚ ਸਾਰੀ ਰਹਿਤ ਬੈਤ ਹੈ ਖਾਲਸੇ ਦੀ। ਤੇ ਉਸ ਰਹਿਤ ਬੈਤ ਦੇ ਰਹਿਤਨਾਮੇ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਜਿਹੜੇ ਬਚਨ ਲਿਖੇ ਹਨ, ਉਹ ਆਓ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਉਸ ਕਥਾ ਨੂੰ ਵਾਚਦੇ ਹਾਂ ਜੀ। ਸ੍ਰੀ ਗੁਰੂ ਵਾਚ ਚੌਪਈ। ਸ੍ਰੀ ਗੁਰੂ ਵਾਚ, ਗੁਰੂ ਵਾਚ ਤੋਂ ਭਾਵੇਂ ਜਿਹੜੇ ਵਚਨ ਨੇ ਇਹ ਭਾਈ ਨੰਦ ਲਾਲ ਸਾਹਿਬ ਜੀ ਕੇ ਆਪਣੇ ਨਹੀਂ, ਇਹ ਉਹ ਬਚਨ ਨੇ ਜਿਹੜੇ ਉਹਨਾਂ ਨੇ ਲਿਖੇ ਜ਼ਰੂਰ ਨੇ ਆਪਣੀ ਕਲਮ ਦੇ ਨਾਲ ਕਾਗਜ਼ ਉੱਪਰ, ਲੇਕਿਨ ਬਚਨ ਸਾਰੇ ਦੇ ਸਾਰੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਕੇ ਪਾਵਨ ਮੁਖ ਤੋਂ ਹੋਏ ਨੇ। ਸ਼੍ਰੀ ਗੁਰੂ ਵਾਚ, ਵਾਚ ਤੋਂ ਮਤਲਬ ਵਾਕਿਆ, ਮਹਾਰਾਜ ਸਾਹਿਬ ਜੀ ਕੇ ਪਾਵਨ ਮੁਖ ਤੋਂ ਉਚਾਰਨ ਹੋਏ ਵਾਕਿਆ, ਜਿਹਦੇ ਕਿ ਲਿਖਾਰੀ ਕੇਵਲ ਭਾਈ ਨੰਦ ਲਾਲ ਸਾਹਿਬ ਜੀ ਨੇ, ਲਿਖ ਉਹ ਕੁਝ ਰਹੇ ਨੇ ਜੋ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਕਹਿ ਰਹੇ ਸਨ। ਤੇ ਜਿਸ ਵਕਤ ਇਹ ਗੱਲ ਚੱਲ ਰਹੀ ਸੀ ਨਾ, ਤੇ ਕੇਵਲ ਰਹਿਤ ਬੈਤ ਬਾਰੇ ਹੀ ਦੱਸ ਰਹੇ ਸਨ, ਕਿਉਂਕਿ ਅੱਗੇ ਉਹਨਾਂ ਨੇ ਸਾਰੀ ਸੰਗਤ ਨੂੰ ਇਹ ਵੀ ਕਹਿ ਦਿੱਤਾ ਵੀ ਕਿਸੇ ਨੂੰ ਵੀ ਕੋਈ ਸ਼ੰਕਾ ਹੋਵੇ, ਕਿਸੇ ਦੇ ਗੱਲ ਕੋਈ ਨਾ ਸਮਝ ਆਈ ਹੋਵੇ, ਤੇ ਸਾਡੇ
ਇਹ ਸੁਮਤਵੰਤ ਸਿੱਖ ਨੰਦ ਲਾਲ ਜੀ ਪਾਸੋਂ ਤੁਸੀਂ ਪੁੱਛ ਲਿਓ, ਤੁਹਾਨੂੰ ਸਾਰੀ ਗੱਲ ਡਿਟੇਲ ਵਿੱਚ ਸਮਝਾ ਦੇਣਗੇ। ਸੋ ਜਿਸ ਬਿਧ ਮਹਾਰਾਜ ਸਾਹਿਬ ਦੱਸ ਰਹੇ ਹਨ ਉਹ ਬਚਨ ਭਾਈ ਨੰਦ ਲਾਲ ਸਾਹਿਬ ਜੀ ਲਿਖ ਰਹੇ ਹਨ। ਚੌਪਈ 4-4 ਪਦਾਂ ਦਾ ਇਹ ਇੱਕ ਬੰਦ ਲਿਖਦੇ ਹਨ। ਗੁਰ ਸਿੱਖ ਰਹਿਤ ਸੁਨੋ ਮੇਰੇ ਮੀਤ। ਸੋ ਇਹ ਮੀਤ, ਇਹ ਬਚਨ ਲਿਖਦੇ ਨੇ ਭਾਈ ਨੰਦ ਲਾਲ ਸਾਹਿਬ ਜੀ, ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਕੇ ਬੋਲ ਨੇ। ਗੁਰ ਸਿੱਖ ਰਹਿਤ ਸੁਨੋ ਮੇਰੇ ਮੀਤ, ਕਿ ਇਹ ਮੇਰੇ ਪਿਆਰੇ ਮਿੱਤਰ ਗੁਰਸਿੱਖ ਮਿੱਤਰੋ, ਇਹ ਗੁਰਸਿੱਖ ਦੀ ਰਹਿਤ ਹੈ ਜਿਹੜੀ ਅਸੀਂ ਤੁਹਾਨੂੰ ਦੱਸ ਰਹੇ ਹਾਂ, ਤੇ ਜੋ ਗੁਰੂ ਕਲਗੀਧਰ ਸਾਹਿਬ ਜੀਆਂ ਨੇ ਸਾਨੂੰ ਦੱਸੀ ਹੈ। ਕਿਉਂਕਿ ਬਚਨ ਉਪੇ ਸ੍ਰੀ ਗੁਰੂ ਵਾਚ ਮਹਾਰਾਜ ਸਾਹਿਬ ਜੀ ਕਾ ਹੈ। ਗੁਰਸਿੱਖ ਦੀ ਜਿਹੜੀ ਰਹਿਤ ਬਹਿਤ ਹੈ ਉਹ ਕੀ ਹੈ, ਕਿਸ ਬਿਧ ਗੁਰਸਿੱਖ ਨੇ ਖੰਡੇ ਬਾਟੇ ਦੀ ਪੌਲ ਰਹਿ ਕਰਕੇ ਤੇ ਆਪਣੇ ਇਸ ਜੀਵਨ ਵਿੱਚ ਵਿਚਰਨਾ ਹੈ, ਕਿਸ ਬਿਧ ਰਹਿਣਾ ਹੈ, ਉਹ ਸਾਰੀ ਰਹਿਤ ਦਾ ਜ਼ਿਕਰ ਭਾਈ ਨੰਦ ਲਾਲ ਸਾਹਿਬ ਜੀ ਕਰ ਰਹੇ ਨੇ ਤੇ ਕਹਿ ਰਹੇ ਨੇ ਗੁਰਸਿੱਖ ਮੀਤ ਆਓ ਅਸੀਂ ਤੁਹਾਨੂੰ ਇਹ ਸਾਰੀ ਬਾਤ ਦੱਸਦੇ ਹਾਂ ਜੀ। ਉਠ ਪ੍ਰਭਾਤ ਕਰੇ ਹਿਤ ਚੀਤ। ਉਠ ਪ੍ਰਭਾਤ, ਹੁਣ ਜਿਹੜਾ ਗੁਰਸਿੱਖ ਹੈ, ਗੁਰਸਿੱਖ ਤੋਂ ਭਾਵ ਜਿਸ ਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਹੈ ਜਾਂ ਕਰ ਰਿਹਾ ਹੈ, ਉਹ ਜਦੋਂ ਕਿਤੇ ਗੁਰੂ ਕੀ ਸਿੱਖਿਆ ਸੁਣ ਕਰਕੇ ਤੇ ਪੰਜਾਂ ਪਿਆਰਿਆਂ ਦੇ ਮੁਖਾਤਮ ਹੋ ਕਰਕੇ ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇ, ਉਸ ਤੋਂ ਬਾਅਦ ਉਹਨੇ ਆਪਣੇ ਜੀਵਨ ਨੂੰ ਕੁਝ ਇਸ ਤਰੀਕੇ ਦੇ ਨਾਲ ਢਾਲਣਾ ਹੈ ਜਿਸ ਬਿਧ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ। ਕਿਉਂਕਿ ਇਹ ਸਾਡੇ ਲਈ ਬੜੀ ਅਮੋਲਕ ਬਾਤਾਂ ਨੇ, ਬਚਨ ਨੇ। ਉਸ ਤੋਂ ਬਾਅਦ ਉਸ ਗੁਰਸਿੱਖ ਨੇ ਆਪਣੇ ਜੀਵਨ ਨੂੰ ਇਸ ਸਾਰੇ ਤਰੀਕੇ ਵਿੱਚ ਢਾਲ ਲੈਣਾ ਹੈ ਵੀ ਇਸ ਤਰੀਕੇ ਨਾਲ ਅੱਗੇ ਚੱਲਣਾ ਹੈ ਜੋ ਮਹਾਰਾਜ ਸਾਹਿਬ ਦੱਸ ਰਹੇ ਨੇ ਤੇ ਭਾਈ ਨੰਦ ਲਾਲ ਸਾਹਿਬ ਜੀ ਲਿਖ ਰਹੇ ਨੇ। ਉਹ ਗੁਰਸਿੱਖ ਕਰੇ ਕਿ ਉਠ ਪ੍ਰਭਾਤ ਕਰੇ ਹਿਤ ਚੀਤ। ਪ੍ਰਭਾਤ ਵੇਲੇ ਉੱਠੇ, ਜਿਵੇਂ ਗੁਰਮਤਿ ਵਿੱਚ ਅੰਮ੍ਰਿਤ ਵੇਲੇ ਉੱਠਣ ਦਾ ਬੜਾ ਵੱਡਾ ਮਹੱਤਵ ਦੱਸਿਆ ਗਿਆ, ਤੇ ਖਾਲਸੇ ਨੇ ਗੁਰੂ ਕੇ ਪਿਆਰੇ ਸਿੱਖ ਨੇ ਤੇ ਹਮੇਸ਼ਾ ਜਾਗਣਾ ਹੀ ਅੰਮ੍ਰਿਤ ਵੇਲੇ ਹੈ। ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉੱਠੇ, ਹਰ ਨਾਮ ਤੇ ਆਵੇ ਉਦਮ ਕਰੇ ਭਲਕੇ, ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਗੁਰਬਾਣੀ ਵਿੱਚ ਵੀ ਲਿਖਿਆ। ਸੋ ਜਿਹੜਾ ਗੁਰੂ ਕਾ ਅੰਮ੍ਰਿਤਧਾਰੀ ਸਿੱਖ ਹੈ, ਸਿੰਘ ਹੈ, ਉਹ ਪ੍ਰਭਾਤ ਵੇਲੇ ਉੱਠੇ, ਕਰੇ ਹਿਤ ਚੀਤ, ਤੇ ਬੜੇ ਚਿੱਤ ਨਾਲ ਬੜੇ ਪਿਆਰ ਨਾਲ ਅੱਗੇ ਆਹ ਕਰਮ ਜਿਹੜਾ ਹੈ ਉਹ ਕਰੇ ਜੀ। ਵਾਹਿਗੁਰੂ ਪੁਨ ਮੰਤਰ ਜਾਪ। ਤੇ ਜਿਵੇਂ ਹੀ ਗੁਰਸਿੱਖ ਪੈਰ ਰਾਤ ਰਹਿੰਦਿਆਂ ਉੱਠਦਾ ਹੈ, ਉੱਠਦਿਆਂ ਹੀ ਆਪਣੇ ਆਸਨ ਤੇ ਉਸੇ ਵਕਤ ਹੀ ਸਭ ਤੋਂ ਪਹਿਲਾਂ ਉਸ ਪਰਿਪੂਰਨ ਪਰਮਾਤਮਾ ਦਾ ਜੋ ਮੰਤਰ ਹੈ, ਨਾਮ ਹੈ, ਜੋ ਉਸ ਦੀ ਬਰਕਤ ਹੈ, ਵਾਹਿਗੁਰੂ ਮੰਤਰ, ਉਸ ਮੰਤਰ ਦਾ ਉਹ ਗੁਰਮੁਖ ਪਿਆਰਾ ਗੁਰੂ ਕਾ ਖਾਲਸਾ ਜਾਪ ਕਰੇ। ਚਲੋ ਅਸੀਂ ਕਹਿੰਦੇ ਆ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਚਲੋ ਉਹ ਵੀ ਅੱਗੇ ਸਾਰੀ ਗੱਲ ਆਵੇਗੀ ਵਿਸਤਾਰ ਵਿੱਚ। ਪਰੰਤੂ ਖਾਲਸੇ ਦੀ ਰਹਿਤ ਵਿੱਚ ਜੋ ਕੁਝ ਮਹਾਰਾਜ ਸਾਹਿਬ ਦੱਸ ਰਹੇ ਨੇ ਵੀ ਜਿਹੜਾ ਸਾਡਾ ਸਿੰਘ ਹੈ ਉਹ ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦਿਆਂ ਹਮੇਸ਼ਾ ਉੱਠ ਜਾਵੇ, ਤੇ ਉੱਠਦਿਆਂ ਹੀ ਆਪਣੇ ਜਿਸ ਆਸਨ ਤੇ ਸੁੱਤਾ ਹੈ ਉਸ ਸਥਾਨ ਤੇ ਬੈਠ ਕਰਕੇ ਜਾਂ ਕੋਈ ਹੋਰ ਸਥਾਨ ਠੀਕ ਪਾਸ ਹੈ ਉੱਥੇ ਟਿਕ ਕਰਕੇ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਮੰਤਰ ਵਿੱਚ ਆਪਣੀ ਸੁਰਤ ਜੋੜੇ, ਆਪਣਾ ਧਿਆਨ। ਕਿਉਂਕਿ ਨਿੰਦਰਾ ਤੋਂ ਬਾਅਦ ਜਦੋਂ ਸਾਡਾ ਮਨ ਸੁਚੇਤ ਅਵਸਥਾ ਵਿੱਚ ਆਉਂਦਾ ਹੈ ਨਾ, ਉਸ ਤੋਂ ਪਹਿਲਾਂ ਮਨ ਜਿਹੜਾ ਹੈ ਉਹ ਕਿਸੇ ਅਲੋਪ ਸੰਸਾਰ ਵਿੱਚ ਵੜਿਆ ਹੁੰਦਾ ਹੈ, ਤੇ ਜਿਵੇਂ ਹੀ ਉਹ ਸੁਚੇਤ ਹੁੰਦਾ ਉਸ ਵਕਤ ਅਗਰ ਉਹਨੂੰ ਗੁਰਮੰਤਰ ਯਾਦ ਕਰਵਾਇਆ ਜਾਵੇ, ਗੁਰੂ ਕਾ ਮੰਤਰ ਉਹਨੂੰ ਸੁਣਾਇਆ ਜਾਵੇ, ਤਾਂ ਫਿਰ ਬੜੀ ਜਲਦੀ ਉਸ ਨੂੰ ਗ੍ਰਹਿਣ ਕਰ ਲੈਂਦਾ। ਸੋ ਇਸ ਬਿਧ ਵਾਹਿਗੁਰੂ ਪੁਨ ਮੰਤਰ ਹੈ ਜਾਪ। ਉੱਠ ਕਰਕੇ ਸਿੰਘ ਜਿਵੇਂ ਹੀ ਸੁਚੇਤ ਹੋਵੇ, ਸਭ ਤੋਂ ਪਹਿਲਾਂ ਉਹਦੀ ਰਸਨਾ ਤੇ ਵਾਹਿਗੁਰੂ ਦਾ ਮੰਤਰ ਹੋਵੇ ਜੀ। ਕਰ ਇਸ਼ਨਾਨ ਪੜੇ ਜਪ ਜਾਪ। ਉਸ ਸਮਾਂ ਵਾਹਿਗੁਰੂ ਮੰਤਰ ਦਾ ਜਾਪ ਕਰੇ ਸਿੰਘ ਉੱਠਦਿਆਂ ਹੀ। ਬੜੀ ਅਮੋਲਕ ਬਾਤ ਹੈ, ਬੜੀ ਪਿਆਰੀ ਸਿੱਖਿਆ ਹੈ ਤੇ ਬੜੀ ਸੁੱਚੀ ਰਹਿਤ ਹੈ ਗੁਰਸਿੱਖ ਦੇ ਜੀਵਨ ਦੀ। ਸੋ ਜਦੋਂ ਉਹ ਮੰਤਰ ਜਪੇ ਉਸ ਤੋਂ ਉਪਰੰਤ ਫਿਰ ਉਦਮ ਕਰੇ, ਆਪਣੇ ਆਸਨ ਤੋਂ ਉੱਠੇ, ਜਿਸ ਪਲੰਗ ਤੇ ਉਹਨੇ ਵਿਸ਼ਰਾਮ ਕੀਤਾ ਹੈ, ਜਿਸ ਵੀ ਥਾਂ ਤੇ ਮੰਜੇ ਆਦਿਕ ਤੇ ਸੁੱਤਾ ਹੈ, ਸੋ ਉਸ ਤੋਂ ਉਪਰੰਤ ਫਿਰ ਉਦਮ ਕਰੇ ਭਲਕੇ, ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨ ਆਵੇ, ਉਹ ਫਿਰ ਇਸ਼ਨਾਨ ਕਰੇ। ਕਰ ਇਸ਼ਨਾਨ ਪੜੇ ਜਪ ਜਾਪ। ਫਿਰ ਉਹ ਇਸ਼ਨਾਨ ਕਰੇ। ਇਸ਼ਨਾਨ ਕਰਕੇ ਜਿਵੇਂ ਹੀ ਤਨ ਸੁੱਚਾ ਕਰਦਾ ਹੈ ਮਨੁੱਖ, ਕਿਉਂਕਿ ਇਸ਼ਨਾਨ ਦਾ ਸੰਬੰਧ ਸਾਡੇ ਤਨ ਦੀ ਸੁਚਮਤਾ ਦੇ ਨਾਲ ਹੈ, ਮਨ ਤੇ ਗੁਰਮੰਤਰ ਨਾਲ ਸੁੱਚਾ ਹੁੰਦਾ। ਸੋ ਜਿਵੇਂ ਹੀ ਇਸ਼ਨਾਨ ਕਰੇ ਫਿਰ ਉਸ ਤੋਂ ਬਾਅਦ ਆ ਜਿਹੜੀਆਂ ਬਾਣੀਆਂ ਹਨ, ਜਪ ਬਾਣੀ ਧੰਨ ਗੁਰੂ ਨਾਨਕ ਸਾਹਿਬ ਜੀ ਕੇ ਪਾਵਨ ਮੁਖ ਤੋਂ ਉਚਾਰਨ ਹੋਈ ਪਹਿਲੀ ਪ੍ਰਥਮ ਮੁੱਢਲੀ ਬਾਣੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਦਰਜ ਹੈ, ਤੇ ਦੂਸਰੀ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਕੀ ਆਪਣੀ ਉਚਾਰਨ ਕੀਤੀ ਹੋਈ ਬਾਣੀ ਜਾਪ ਬਾਣੀ। ਉਸ ਤੋਂ ਬਾਅਦ ਇਉਂ ਜਾਂ ਇਹਦੇ ਅਰਥ ਆਪਾਂ ਇਉਂ ਲੈ ਲਈਏ ਵੀ ਫਿਰ ਜਿਹੜਾ ਗੁਰਮੁਖ ਪਿਆਰਾ ਗੁਰੂ ਕਾ ਖਾਲਸਾ ਉੱਠਿਆ ਹੈ,
ਇਸ਼ਨਾਨ ਕਰਕੇ ਅੰਮ੍ਰਿਤ ਬਾਣੀਆਂ ਦਾ ਨਿਤਨੇਮ ਕਰੇ ਜੀ। ਦਰਸ਼ਨ ਕਰੇ ਮੇਰਾ ਪੁਨ ਤੇ ਆਏ। ਜਿਸ ਵਕਤ ਉਹ ਖਾਲਸਾ ਆਪਣਾ ਨਿਤਨੇਮ ਸੰਪੂਰਨ ਕਰ ਲੈਂਦਾ ਹੈ, ਕਿਉਂਕਿ ਇਹ ਬੜੀਆਂ ਮੌਲਿਕ ਬਾਤਾਂ ਨੇ। ਜਿਸ ਵਕਤ ਉਹ ਖਾਲਸਾ ਆਪਣਾ ਨਿਤਨੇਮ ਅੰਮ੍ਰਿਤ ਵੇਲੇ ਸੰਪੂਰਨ ਕਰ ਲੈਂਦਾ, ਪਹਿਲਾਂ ਗੁਰਮੰਤਰ ਦਾ ਜਾਪ, ਫਿਰ ਇਸ਼ਨਾਨ ਕਰਕੇ ਆਪਣਾ ਨਿਤਨੇਮ ਬਾਣੀਆਂ ਦਾ ਜਾਪ, ਫਿਰ ਉਸ ਤੋਂ ਬਾਅਦ ਉਹ ਜਿਹੜਾ ਖਾਲਸਾ ਹੈ ਉਹ ਦਰਸ਼ਨ ਕਰੇ ਮੇਰਾ ਪੁੰਨ ਆਏ। ਫਿਰ ਉਹ ਚੱਲ ਕੇ ਆਵੇ ਜਿਸ ਵੀ ਸਥਾਨ ਤੇ। ਚਲੋ ਉਸ ਵਕਤ ਮਹਾਰਾਜ ਸਾਹਿਬ ਸਰੀਰ ਕਾਲ ਵਿੱਚ ਨੇ, ਅੱਜ ਗੁਰੂਦੇਵ ਸ਼ਬਦ ਰੂਪ ਵਿੱਚ ਨੇ, ਅੱਗੇ ਵੀ ਜ਼ਿਕਰ ਆਉਣਾ ਇਸੇ ਰਹਿਤਨਾਮੇ ਦੇ ਅੰਦਰ। ਸੋ ਫਿਰ ਉਹ ਜਿਹੜਾ ਸਿੰਘ ਹੈ ਉਹ ਚੱਲ ਕਰਕੇ ਆਪਣੇ ਗੁਰੂ ਦੇ ਪਾਸ ਆਵੇ, ਜਾਂ ਮੈਂ ਕਹਾਂ ਵੀ ਉਹ ਫਿਰ ਗੁਰਦੁਆਰੇ ਚੱਲ ਕੇ ਆਵੇ ਤੇ ਆ ਕਰਕੇ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਪਾਏ, ਦਰਸ਼ਨ ਕਰੇ ਜੀ। ਆਦਬ ਸਿਉ ਬੈਠ ਗੁਰ ਹਿਤ ਚਿਤ ਲਾਏ। ਤੇ ਕੁਝ ਸਮਾਂ ਅਦਬ ਨਾਲ ਸਾਵਧਾਨ ਹੋ ਕਰਕੇ, ਸੁਰਤ ਜੋੜ ਕਰਕੇ ਗੁਰੂ ਦੇ ਚਰਨਾਂ ਵਿੱਚ ਬਵੇ, ਮਹਾਰਾਜ ਸਾਹਿਬ ਜੀ ਕੇ ਪਾਸ ਬਵੇ, ਅਦਬ ਨਾਲ ਬਵੇ, ਸ਼ਰਾਰਤੀ ਨਾ ਹੋਵੇ। ਜਾਂ ਜਿਵੇਂ ਸਾਡਾ ਸੁਭਾਅ ਹੈ, ਬਹਿ ਭਾਵੇਂ ਗੁਰੂ ਕੋਲ ਜਾਂਦੇ ਆ ਪਰ ਹਰਕਤਾਂ ਹੋਰ ਹੀ ਚੱਲਦੀਆਂ ਰਹਿੰਦੀਆਂ ਨੇ। ਸੋ ਅਦਬ ਤੋਂ ਭਾਵ ਸਾਵਧਾਨ ਹੋ ਕਰਕੇ, ਗੁਰੂ ਨੂੰ ਪੂਰਨ ਪੁਰਖ ਜਾਣ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਬਹਿਣ ਦਾ ਅਭਿਆਸ ਕਰੇ। ਅਦਬ ਨਾਲ ਗੁਰੂ ਕੋਲ ਬੈਠੇ, ਹਿਤ ਚਿੱਤ ਲਾਏ, ਅੰਦਰ ਵਾਲਾ ਜਿਹੜਾ ਹੈ ਧਿਆਨ, ਹਿਰਦਾ, ਮਨ ਜਿਹੜਾ ਹੈ ਉਹ ਗੁਰੂ ਨਾਲ ਜੁੜਿਆ ਹੋਵੇ, ਉਹਦੇ ਵਿੱਚ ਗੁਰੂ ਪ੍ਰਤੀ ਪ੍ਰੇਮ ਹੋਵੇ ਜੀ। ਤੀਨ ਪਹਿਰ ਜਬ ਬੀਤੇ ਜਾਨ। ਫਿਰ ਇਹ ਜਿਹੜਾ ਇੱਥੋਂ ਤੱਕ ਗੱਲ ਕੀਤੀ ਨਾ ਭਾਈ ਸਾਹਿਬ ਜੀ ਹੋਰਾਂ ਨੇ, ਇਹ ਹੈ ਗੁਰਸਿੱਖ ਦਾ ਸਵੇਰ ਦਾ ਨਿਤਨੇਮ। ਜਿਵੇਂ ਆਪ ਨੇ ਸਰਵਣ ਕਰ ਲਿਆ, ਸਭ ਤੋਂ ਪਹਿਲਾਂ ਜਿਸ ਵਕਤ ਖਾਲਸਾ ਉੱਠੇ, ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ, ਫਿਰ ਉਸ ਤੋਂ ਬਾਅਦ ਗੁਰਮੰਤਰ ਦਾ ਜਾਪ, ਫਿਰ ਗੁਰਬਾਣੀ ਦਾ ਜਾਪ, ਤੇ ਫਿਰ ਗੁਰਦੁਆਰੇ ਆ ਕੇ ਆਪਣਾ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ। ਉਸ ਤੋਂ ਬਾਅਦ ਫਿਰ ਜੋ ਵੀ ਕਿਰਤ ਖਾਲਸੇ ਨੂੰ ਮਹਾਰਾਜ ਸਾਹਿਬ ਕਹਿੰਦੇ ਨੇ ਬਖਸ਼ੀ ਗਈ ਆ, ਆਪਣਾ ਜੋ ਵੀ ਧੰਦਾ ਪ੍ਰਮਾਤਮਾ ਨੇ ਸ੍ਰਿਸ਼ਟੀ ਵਿੱਚ ਉਹਨੂੰ ਦਿੱਤਾ, ਜਿਸ ਵੀ ਧੰਦੇ ਵਿੱਚ ਲਾਇਆ, ਕਿਰਸਾਨ ਹੈ ਕਿਰਸਾਨੀ ਕਰੇ, ਵਪਾਰ ਹੈ ਵਪਾਰ ਕਰਨ ਜਾਏ, ਦੁਕਾਨਦਾਰ ਹੈ ਦੁਕਾਨਦਾਰੀ ਕਰੇ, ਚਾਕਰ ਹੈ ਆਪਣੇ ਚਾਕਰੀ ਕਰੇ। ਫਿਰ ਜਿਵੇਂ ਸਮਾਂ ਬਤੀਤ ਹੋ ਜਾਵੇ, ਜਿਵੇਂ ਸ਼ਾਮ ਨੂੰ ਸੰਧਿਆ ਵੇਲਾ ਹੁੰਦਾ ਹੈ, ਬਚਨ ਲਿਖੇ ਨੇ ਤੀਨ ਪਹਿਰ ਜਬ ਬੀਤੇ ਜਾਣ। ਹੁਣ ਇੱਕ ਤੇ ਰਾਤ ਨੂੰ 3 ਪਹਿਰ ਬੀਤੇ ਤੇ ਚੌਥੇ ਪਹਿਰ ਉੱਠ ਪਿਆ। ਇਸੇ ਤਰ੍ਹਾਂ ਸ਼ਾਮ ਦੇ ਜਿਸ ਵਕਤ 3 ਪਹਿਰ ਬਤੀਤ ਹੋਣ ਤੇ ਆ ਜਿਹੜਾ ਹੁਣ ਚੌਥਾ ਪਹਿਰ, ਜਿਵੇਂ ਹੁਣ ਆਪਾਂ ਸਾਰੇ ਰਲ ਕੇ ਬੈਠੇ ਹਾਂ, ਸੋ ਇਸ ਵਿੱਚ ਜਦੋਂ ਦਿਨ ਦੇ 3 ਪਹਿਰ ਬਤੀਤ ਹੁੰਦੇ ਨੇ ਤੇ ਉਹ ਜਿਹੜਾ ਖਾਲਸਾ ਹੈ ਗੁਰੂ ਨਾਲ ਪਿਆਰ ਕਰਦਾ ਹੈ, ਉਹ ਫਿਰ ਯਤਨ ਕਰੇ ਮਹਾਰਾਜ ਸਾਹਿਬ ਜੀ ਕੀ ਹਜ਼ੂਰੀ ਵਿੱਚ ਚੱਲ ਕਰਕੇ ਆਵੇ ਜੀ। ਕਥਾ ਸੁਨੇ ਗੁਰ ਹਿਤ ਚਿਤ ਲਾਨ। ਤੇ ਆ ਕਰਕੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਬਚਨ ਕਰਦੇ ਨੇ ਵੀ ਮੇਰਾ ਖਾਲਸਾ ਗੁਰੂ ਕੀ ਕਥਾ ਕਹਾਣੀ ਸਰਵਣ ਕਰੇ, ਕਿਉਂਕਿ ਇਹ ਕਥਾ ਕੋਈ ਆਮ ਕਥਾ ਨਹੀਂ ਹੁੰਦੀ। ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ। ਇਹ ਕਥਾ ਪਰਮਾਤਮਾ ਦੀ, ਹਰ ਜੀ ਦੀ, ਜਾਂ ਗੁਰੂ ਕੇ ਆਪਣੇ ਜੀਵਨ ਦੀ ਅਗੰਮੀ ਕਥਾ ਹੈ। ਸੋ ਮਹਾਰਾਜ ਸਾਹਿਬ ਕਹਿਣ ਲੱਗੇ ਜਿਹੜਾ ਸਾਡਾ ਖਾਲਸਾ ਹੈ ਉਹ ਇਹ ਵੀ ਕਰਮ ਜੀਵਨ ਵਿੱਚ ਜ਼ਰੂਰ ਕਰੇ 3 ਪਹਿਰ ਬਤੀਤ ਹੋਣ ਤੋਂ ਬਾਅਦ, ਸ਼ਾਮ ਦੇ ਚੌਥੇ ਪਹਿਰ, ਕਿਉਂਕਿ ਅੱਗੇ ਸਵੇਰ ਦਾ ਸੀ ਹੁਣ ਸ਼ਾਮ ਦਾ। ਕਥਾ ਸੁਣੇ ਗੁਰ ਹਿਤ ਚਿਤ ਲਾਣ। ਮਹਾਰਾਜ ਸਾਹਿਬ ਜੀ ਕੀ ਹਜ਼ੂਰੀ ਵਿੱਚ ਆ ਕਰਕੇ ਨਿਸ਼ਚੇ ਹੀ ਨੇਮ ਬਣਾ ਕਰਕੇ ਗੁਰੂ ਕੇ ਜੀਵਨ ਦੀ, ਗੁਰੂ ਇਤਿਹਾਸ ਦੀ, ਹੋਰ ਜੋ ਵੀ ਕਥਾਵਾਂ ਚੱਲਦੀਆਂ ਹਨ, ਕਿਉਂਕਿ ਜਿਹੜੇ ਜਿਹੜੇ ਵੱਡੇ ਇਤਿਹਾਸ ਨੇ ਮਹਾਰਾਜ ਸਾਹਿਬ ਜੀ ਕੇ ਘਰ ਅੰਦਰ, ਜਾਂ ਆ ਜਿਵੇਂ ਗ੍ਰੰਥ ਲਿਖੇ ਨੇ ਕਵੀਆਂ ਨੇ ਜਿਨ੍ਹਾਂ ਵਿੱਚ ਮੌਲਿਕ ਬਾਤਾਂ ਨੇ, ਸੋ ਇਹ ਜਿਹੜੀ ਕਥਾ ਹੈ ਇਹ ਉਹ ਮੇਰਾ ਖਾਲਸਾ ਜਿਹੜਾ ਹੈ ਉਹ ਸਰਵਨ ਕਰੇ ਜੀ। ਸੰਧਿਆ ਸਮੇਂ ਸੁਣੇ ਰਹਿ ਰਾਸ। ਫਿਰ ਤੀਜਾ ਪਹਿਰ ਜਿਵੇਂ ਬਤੀਤ, ਜਿਵੇਂ ਮੰਨ ਲਓ ਹੁਣ ਰਾਤ ਦਾ ਪਹਿਲਾ ਪਹਿਰ ਪ੍ਰਾਰੰਭ ਹੋਣ ਵਾਲਾ ਹੈ, ਤੇ ਜਿਸ ਵਕਤ ਉਹ ਸਮਾਂ ਬਤੀਤ ਹੋ ਜਾਂਦਾ ਹੈ ਸੰਧਿਆ ਵੇਲਾ, ਜਦੋਂ ਸੂਰਜ ਢਲਣ ਲੱਗਦਾ ਹੈ, ਜਿਵੇਂ ਸੂਰਜ ਛਿਪ ਜਾਏਗਾ ਹੁਣ ਚੰਦ ਕੁ ਮਿੰਟਾਂ ਬਾਅਦ ਤੇ ਹਨੇਰਾ ਪਸਰਨਾ ਸ਼ੁਰੂ ਹੋ ਜਾਣਾ। ਸੋ ਇਹ ਜਿਹੜਾ ਸੂਰਜ ਛਿਪਣ ਦਾ ਵੇਲਾ ਹੈ, ਕਿਉਂਕਿ ਜਿਹੜਾ ਸੰਧਿਆ ਬਚਨ ਹੈ ਨਾ ਇਹ ਸੰਧੀ ਤੋਂ ਬਣਦਾ ਹੈ, ਸੰਧੀ ਮਿਲਾਪ ਹੋਣਾ। ਸੂਰਜ ਜਦੋਂ ਢਲਦਾ ਹੈ ਤੇ ਦਿਨ ਤੇ ਰਾਤ ਆਪਸ ਵਿੱਚ ਮਿਲਦੇ ਨੇ। ਇਸੇ ਤਰ੍ਹਾਂ ਇੱਕ ਸੰਧੀ ਸਵੇਰੇ ਹੁੰਦੀ ਹੈ ਜਦੋਂ ਸੂਰਜ ਚੜ੍ਹਦਾ। ਸ਼ਾਮ ਦੀ ਆ ਜਿਹੜੀ ਸੰਧਿਆ ਹੈ ਜਦੋਂ ਦਿਨ ਛਿਪ ਰਿਹਾ ਹੈ ਤੇ ਰਾਤ ਪੈ ਰਹੀ ਹੈ, ਉਸ ਸਮੇਂ ਸੁਣੇ ਰਹਿਰਾਸ। ਮੇਰਾ ਖਾਲਸਾ ਜਿਹੜਾ ਉਹ ਰਹਿਰਾਸ ਦੀ ਬਾਣੀ ਨੂੰ ਸਰਵਣ ਕਰੇ, ਇਹ ਵੀ ਉਹਦਾ ਨਿਯਮ ਹੈ। ਕਿਉਂਕਿ ਇਹ ਸੰਧਿਆ, ਚਲੋ ਇੱਥੇ ਮੈਂ ਬੇਨਤੀ ਕਰਾਂਗਾ ਸਮੇਂ ਦੇ ਅਨੁਸਾਰ ਨਾ ਆ ਹਿੰਦੁਸਤਾਨ ਵਿੱਚ ਸੰਧਿਆ ਦਾ ਸਮਾਂ ਅੱਗੇ ਪਿੱਛੇ ਤਬਦੀਲ ਹੁੰਦਾ ਰਹਿੰਦਾ, ਆਪਾਂ ਬੰਦਿਸ਼ ਨਹੀਂ ਰੱਖਣੀ। ਕਿਉਂਕਿ ਸੰਧਿਆ ਦਾ ਮਤਲਬ ਹੀ ਹੈ ਵੀ ਹੁਣ ਜਿਵੇਂ ਸੂਰਜ ਗਰੂਬ ਹੋ ਰਿਹਾ ਤੇ ਰਾਤ ਦਾ ਹਨੇਰਾ ਪਸਰ ਰਿਹਾ,
ਬਸ ਉਸ ਕੁ ਵੇਲੇ ਸਮਾਂ ਵਿਚਾਰ ਕਰਕੇ ਤੇ ਫਿਰ ਰਹਿ ਰਾਸ ਦੀ ਬਾਣੀ ਜੇ ਸਿੰਘ ਪੜ੍ਹ ਲਵੇ ਤਾਂ ਵੀ ਚੰਗਾ, ਨਹੀਂ ਪੜ੍ਹਨੀ ਆਉਂਦੀ ਜਾਂ ਜੇ ਸੁਣਨ ਵਿੱਚ ਰਸ ਹੈ ਸਰਵਣ ਕਰ ਲਵੇ ਟਿਕ ਕਰਕੇ ਉਹ ਵੀ ਚੰਗਾ। ਮਹਾਰਾਜ ਸਾਹਿਬ ਨੇ ਕਿਹਾ ਆ ਜਿਹੜਾ ਕਰਮ ਹੈ ਨਾ ਇਹ ਨਿਤ ਦਾ ਕਰਮ ਹੈ। ਇਹ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਸਿੱਖ ਭਾਈ ਨੰਦ ਲਾਲ ਸਾਹਿਬ ਜੀਓ ਕੋ ਖਾਲਸੇ ਦੀ ਰਹਿਤ ਜਿਹੜੀ ਹੈ ਉਹ ਲਿਖਵਾਈ ਹੈ ਜੀ। ਕੀਰਤਨ ਕਥਾ ਸੁਨੇ ਹਰ ਜਾਸ। ਤੇ ਫਿਰ ਇਹਦੇ ਨਾਲ ਨਾਲ ਜਿਤਨਾ ਵੀ ਸਮਾਂ ਉਹਨੂੰ ਲੱਗਦਾ ਹੈ, ਕਿਉਂਕਿ ਸੰਸਾਰਿਕ ਰੁਝੇਵੇਂ ਚਲੋ ਆਪਣੇ ਧੰਦੇ ਵੀ ਮਨੁੱਖ ਨੇ ਕਰਨੇ ਨੇ, ਤੇ ਜੇ ਖਾਲਸਾ ਗੁਰੂ ਦੇ ਦਰ ਤੇ ਰਹਿੰਦਾ ਹੈ ਫਿਰ ਤੇ ਬੜੇ ਵੱਡੇ ਭਾਗ ਨਹੀਂ, ਤੇ ਜੇ ਸੰਸਾਰਿਕ ਧੰਦਿਆਂ ਵਿੱਚ ਆਪਣਾ ਕਿਤੇ ਲੱਗਾ ਹੋਇਆ ਫਿਰ ਵੀ ਉਹ ਯਤਨ ਕਰੇ ਵੀ ਆ ਜਿਹੜਾ ਬਾਕੀ ਦੇ 2-3 ਪੈਰ ਦਿਨ ਦੇ ਉਸ ਦੇ ਪਾਸ ਸਮਾਂ ਨਿਕਲਿਆ ਹੈ ਇਹਦੇ ਵਿੱਚ ਵੀ ਕਿਤੇ ਕੀਰਤਨ, ਕਿਤੇ ਕਥਾ, ਕੋਈ ਵੀ ਹਰੀ ਜਸ ਸੁਣਨ ਦਾ ਉਸਨੂੰ ਸੁਭਾਗ ਮਿਲਦਾ, ਸਤ ਸੰਗਤ ਕਰਨ ਦਾ ਸਮਾਂ ਮਿਲਦਾ, ਉਹ ਉਸ ਨੂੰ ਗਵਾਏ ਨਾ। ਇਹ ਕਿਹਾ ਮਹਾਰਾਜ ਸਾਹਿਬ ਜੀਆਂ ਨੇ ਵੀ ਖੁੰਝਣ ਨਾ ਦੇਵੇ। ਚਲੋ ਅੱਜ ਦੇ ਸੰਸਾਰਿਕ ਰੁਝੇਵਿਆਂ ਵਿੱਚ ਆਪਾਂ ਕਹਾਂਗੇ ਵੀ ਸਾਡੇ ਪਾਸ ਇੰਨਾ ਸਮਾਂ ਨਹੀਂ ਵੀ ਅਸੀਂ ਹਰ ਥਾਂ ਤੇ ਸੰਗਤ ਵਿੱਚ, ਕੀਰਤਨ ਵਿੱਚ, ਕਥਾ ਵਿੱਚ ਜਾ ਕੇ ਬਈਏ, ਪਰੰਤੂ ਅੱਜ ਦੇ ਯੁੱਗ ਵਿੱਚ ਤੇ ਸੌਖ ਵੀ ਇੰਨੀ ਕੁ ਹੈ ਕਿ ਮੀਡੀਆ ਰਾਹੀਂ, ਇੰਟਰਨੈਟ ਰਾਹੀਂ ਜਿਵੇਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਬਹਿ ਕੇ ਅਸੀਂ ਸੰਗਤ ਕਰ ਸਕਦੇ ਹਾਂ। ਤੁਸੀਂ ਭਾਵੇਂ ਅਖੰਡ ਬਾਣੀ ਸੁਣ ਲਓ, ਸਹਿਜ ਬਾਣੀ ਦੇ ਜਿਹੜੇ ਜਾਪ ਹੁੰਦੇ ਨੇ ਉਹ ਸੁਣ ਲਓ, ਕੀਰਤਨ ਸੁਣ ਲਓ, ਕਥਾ ਸੁਣ ਲਓ, ਹੋਰ ਕਿਸੇ ਗ੍ਰੰਥ ਦੀ ਕਥਾ ਸੁਣ ਲਓ, ਇਹ ਸਾਰਾ ਕੁਝ ਬੜੇ ਸੁਖਾਲੇ ਤਰੀਕੇ ਨਾਲ ਅੱਜ ਚੱਲ ਰਿਹਾ। ਪਰ ਗੱਲ ਕੀ ਹੈ, ਸਾਰੀ ਘਟਨਾ ਵਿੱਚ ਸਿੱਖ ਦਾ ਆਪਣਾ ਧਿਆਨ, ਆਪਣਾ ਸੁਰਤੀ ਬਿਰਤੀ, ਆਪਣਾ ਪਿਆਰ ਹੋਣਾ ਲਾਜ਼ਮੀ ਹੈ। ਜੇ ਪਿਆਰ ਨਹੀਂ ਨਾ ਫਿਰ ਕੋਈ ਕਥਾ ਨਹੀਂ, ਕੋਈ ਕੀਰਤਨ ਨਹੀਂ, ਕੋਈ ਬਾਣੀ ਨਹੀਂ ਸੁਣੀ ਜਾਂਦੀ। ਸੋ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀਆਂ ਨੇ ਇਹ ਰਹਿਤ ਲਿਖਵਾਈ ਭਾਈ ਸਾਹਿਬ ਜੀ ਹੋਰਾਂ ਨੂੰ, ਕਿਹਾ ਵੀ ਸਾਡੇ ਖਾਲਸੇ ਨੂੰ ਤੁਸਾਂ ਨੇ ਸੁਣਾਉਣੀ। ਤੇ ਉਹ ਸਮੇਂ-ਸਮੇਂ ਜਦੋਂ ਵੱਡੀ ਗਿਣਤੀ ਵਿੱਚ ਖਾਲਸਾ ਆਉਂਦਾ ਹੈ ਨਾ ਮਹਾਰਾਜ ਸਾਹਿਬ ਜੀ ਕੇ ਘਰ ਦਰਸ਼ਨ ਕਰਨ, ਤੇ ਗੁਰੂ ਕੇ ਲਿਖਾਰੀ ਭਾਈ ਨੰਦ ਲਾਲ ਸਾਹਿਬ ਜੀ ਫਿਰ ਸਾਰੇ ਖਾਲਸੇ ਨੂੰ ਇਹ ਗੱਲਾਂ ਦ੍ਰਿੜ ਕਰਵਾਇਆ ਕਰਦੇ ਸਨ, ਸਮਝਾਇਆ ਕਰਦੇ ਸਨ ਆਪ ਬਹਿ ਕਰਕੇ ਸੱਜੇ ਢੰਗ ਨਾਲ। ਤੇ ਉਹਨਾਂ ਨੇ ਇਹ ਕਿਰਪਾ ਕੀਤੀ, ਯਤਨ ਕੀਤਾ ਵੀ ਆਪਣੇ ਲਿਖਤਾਂ ਵਿੱਚ ਲਿਖ ਕੇ ਸਾਨੂੰ ਵੀ ਦੇਗਾ ਵੀ ਚਲੋ ਇਹ ਪੰਥ ਤੇ ਚੱਲਦਾ ਹੀ ਰਹਿਣਾ ਹੁਣ, ਤੇ ਜਦੋਂ ਜਦੋਂ ਵੀ ਖਾਲਸੇ ਨੂੰ ਲੋੜ ਪਵੇਗੀ ਇਹਨਾਂ ਗ੍ਰੰਥਾਂ ਨੂੰ ਫਰੋਲ ਕਰਕੇ ਤੇ ਉਹ ਰਹਿਤ ਬੈਤ ਗੁਰੂ ਕੇ ਬੋਲੇ ਉਹ ਸੁਣ ਸਮਝ ਕਰਕੇ ਇਹ ਵੀ ਉਸ ਰਹਿਤ ਦੇ ਧਾਰਨੀ ਹੋ ਜਾਣਗੇ, ਸਮਾਰਕ ਦੇ ਪਾਂਧੀ ਬਣ ਜਾਣਗੇ। ਸੋ ਇਸ ਵਿਧ ਕਥਾ ਕੀਰਤਨ ਸੁਣਿਆ ਹਰ ਜਾਸ। ਜਿਤਨਾ ਵੀ ਸਮਾਂ ਲੱਗੇ ਇਸ ਜੀਵਨ ਵਿੱਚ ਇਹ ਮਹਾਨ ਕਰਮ ਨੇ। ਸਤ ਸੰਗਤ ਕਰਨੀ ਗੁਰਮਤਿ ਵਿੱਚ ਇਸ ਕਰਮ ਨੂੰ ਬਹੁਤ ਸਲਾਹਿਆ ਗਿਆ। ਸੋ ਇਹ ਜਿਹੜਾ ਕਰਮ ਹੈ ਇਹ ਵੀ ਗੁਰੂ ਕਾ ਖਾਲਸਾ ਜਦੋਂ ਸਮਾਂ ਉਹਨੂੰ ਲੱਗਦਾ ਹੈ ਜਾਂ ਜਦੋਂ ਉਹਦੀ ਇੱਛਾ ਹੁੰਦੀ ਹੈ ਹਰੀ ਜਸ ਸੁਣੇ ਜੀ। ਇਨਮੇ ਨੇਮ ਹੋ ਏਕ ਕਰਾਏ। ਸੋ ਅੱਗੇ ਬਚਨ ਲਿਖੇ ਇਨ ਮੈਂ ਨੇਮ ਹੋ ਏਕ ਕਰਾਏ। ਇਹਦੇ ਭਾਵਰਥ ਇਹ ਨਹੀਂ ਵੀ ਇੱਕ ਨੇਮ, ਇਹਦੇ ਭਾਵਰਥ ਨੇ ਇਹ ਜਿੰਨੀਆਂ ਵੀ ਬਾਤਾਂ ਕਹੀਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਰਾਤਰੀ ਦੇ ਸੌਣ ਤੱਕ, ਇਹ ਜਿਤਨੇ ਵੀ ਕਰਮ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀਆਂ ਨੇ ਜੋ ਰਹਿਤ ਬਹਿਤ ਆਪਣੇ ਖਾਲਸੇ ਨੂੰ ਦਿੱਤੀ ਹੈ, ਅੰਮ੍ਰਿਤ ਵੇਲੇ ਦਾ ਨਿਤਨੇਮ, ਇਸ਼ਨਾਨ ਪਾਨ, ਗੁਰਮੰਤਰ ਦਾ ਜਾਪ, ਸੰਧਿਆ ਦਾ ਨੇਮ, ਸੋ ਇਹ ਸਾਰੇ ਦਾ ਸਾਰਾ ਜਿਹੜਾ ਨੇਮ ਹੈ ਨਾ ਇੱਕ ਮਨ ਹੋ ਕਰਕੇ, ਇੱਕ ਪਿਆਰ ਦੇ ਨਾਲ, ਇੱਕ ਭਾਵਨਾ ਦੇ ਨਾਲ ਹੋ ਏਕ ਭਾਵ ਇੱਕ ਆਪਣਾ ਇੱਕ ਨੇਮ ਬਣਾ ਕਰਕੇ ਤੇ ਯਤਨ ਕਰੇ ਵੀ ਇਹ ਇੰਨਾ ਕੁ ਨੇਮ ਤੇ ਰੋਜ਼ਾਨਾ ਖਾਲਸੇ ਨੇ ਆਪਣੀ ਜੀਵਨ ਵਿੱਚ ਨਿਭਾਉਣਾ ਹੀ ਨਿਭਾਉਣਾ ਹੈ। ਸੋ ਸਿੱਖ ਅਮਰਪੁਰੀ ਮੇ ਜਾਏ। ਤੇ ਗੁਰੂ ਕਲਗੀਧਰ ਸਾਹਿਬ ਜੀ ਕਹਿਣ ਲੱਗੇ ਵੀ ਜੇ ਕੋਈ ਖਾਲਸਾ ਗੁਰੂ ਕਾ ਸਾਡਾ ਸਿੱਖ ਪਿਆਰ ਸਹਿ ਤੇ ਨੇਮ ਨਿਭਾਉਂਦਾ ਹੈ ਤੇ ਫਿਰ ਉਹ ਜਿਹੜਾ ਸਾਡਾ ਸਿੱਖ ਹੈ ਉਹ ਸੱਚਖੰਡ ਦਾ ਵਾਸੀ ਹੋਵੇਗਾ। ਅਮਰਪੁਰੀ ਸੱਚਖੰਡ, ਜਿਸ ਸਥਾਨ ਤੇ ਆਪ ਨਿਰੰਕਾਰ ਵਸਦਾ ਹੈ, ਜਿਸ ਸਥਾਨ ਤੇ ਗੁਰੂ ਹੈ। ਚਲੋ ਆਪਾਂ ਇਹ ਕਹਿ ਸਕਦੇ ਵੀ ਗੁਰੂ ਕੇ ਚਰਨਾਂ ਗੁਰਪੁਰ ਵਾਸੀ ਹੋ ਜਾਏਗਾ। ਸੋ ਉਹ ਜਿਹੜਾ ਸਿੱਖ ਹੈ ਜੇ ਇਹ ਵੀ ਨੇਮ ਪਿਆਰ ਨਾਲ, ਭਾਵਨਾ ਨਾਲ ਆਪਣੇ ਜੀਵਨ ਵਿੱਚ ਰੋਜ਼ਾਨਾ ਨਿਭਾਉਂਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੇ ਮਹਾਰਾਜ ਸਾਹਿਬ ਕਹਿਣ ਲੱਗੇ ਲਿਖ ਕੇ ਫਿਰ ਅਸੀਂ ਦਿੰਨੇ ਆ ਭਾਈ ਨੰਦ ਲਾਲ ਸਾਹਿਬ ਜੀ ਸਾਡਾ ਉਹ ਖਾਲਸਾ ਸਿੱਖ ਜਿਹੜਾ ਅਮਰਪੁਰੀ ਦਾ ਵਾਸੀ ਹੋਵੇਗਾ। ਪਾਂਚ ਨੇਮਪੁਰ ਸਿੱਖ ਜੋ ਧਾਰੈ। ਸੋ ਇਹ 5 ਨੇਮ ਦੱਸੇ ਨੇ ਗੁਰੂ ਕਲਗੀਧਰ ਸਾਹਿਬ ਜੀਆਂ ਨੇ, ਜੋ ਭਾਈ ਸਾਹਿਬ ਜੀਆਂ ਨੇ ਲਿਖੇ 5 ਨੇਮ। 5 ਨੇਮ ਪੁਰ ਸਿੱਖ ਜੋ ਧਾਰੈ। ਜੇ ਕੋਈ ਸਿੱਖ ਆਪਣੀ ਜ਼ਿੰਦਗੀ ਵਿੱਚ ਗੁਰੂ ਕਾ ਖਾਲਸਾ ਆਪਣੀ ਜ਼ਿੰਦਗੀ ਵਿੱਚ ਇਹਦਾ ਧਾਰਨੀ ਹੋ ਜਾਏ, ਆਪਣੀ ਕਰਨੀ ਵਿੱਚ ਲੈ। 5 ਕਿਹੜੇ? ਅੰਮ੍ਰਿਤ ਵੇਲੇ ਉੱਠਣਾ, ਸਭ ਤੋਂ ਪਹਿਲਾਂ ਗੁਰਮੰਤਰ ਦਾ ਜਾਪ, ਕਿਉਂਕਿ ਬਹੁਤ ਲਾਜ਼ਮੀ ਹੈ। ਜੇ ਉਹ ਨਹੀਂ, ਚਲੋ ਅੱਜ ਆਪਾਂ ਕਈ ਵਾਰ ਉੱਥੋਂ ਕੋ ਪਾਸੇ ਨਿਕਲਦੇ ਹਾਂ, ਪਰ ਉਹਦੇ ਤੋਂ ਬਿਨਾਂ ਅਗਲੀ ਸਿੱਧੀ ਜਾਂ ਅਗਲਾ ਪਿਆਰ, ਅਗਲੀ ਖੇਡ ਬੜੀ ਔਖੀ ਬਣਦੀ ਹੈ। ਸਭ ਤੋਂ ਪਹਿਲਾਂ ਗੁਰਮੰਤਰ ਦਾ ਜਾਪ, ਫਿਰ ਉਸ ਤੋਂ ਬਾਅਦ ਨਿਤਨੇਮ। ਆ ਜਪ ਜਾਪ ਦੀ ਜਿਹੜੀ ਗੱਲ ਆਈ ਹੈ, ਨਿਤਨੇਮ,
ਉਸ ਤੋਂ ਬਾਅਦ ਰੋਜ਼ਾਨਾ ਨੇਮ ਨਾਲ ਆ ਕੇ ਗੁਰੂ ਕੇ ਦਰਸ਼ਨ ਕਰਨੇ। ਨੇਤਰੀ ਸਤਿਗੁਰੂ ਵੇਖਣਾ, ਸਰਵਣੀ ਸੁਣਨਾ ਗੁਰੂ ਨਾਮ, ਇਹ ਗੁਰੂ का दर्शन करना। 3 फिर संध्या वेले गुरु की जड़ी कोई भी किसी भी गुरु के ग्रंथ दी, गुरु की बाणी दी कोई भी जितों उसनूं मिलदा हरीजा सुनन नूं, कथा कीर्तन गुरु के इतिहास दी ਉਹ ਨੇਮ ਨਾਲ। ਤੇ 5ਵਾਂ संध्या वेले फिर ਜਿਹੜਾ ਰਹਿਰਾਸ सुननी या पढ़नी ਆਪਾਂ ਕਵਾਂਗੇ। ਇਹ 5 ਨੇਮ ਹੋ ਗਏ। ਅਗਰ ਗੁਰੂ का ਖਾਲਸਾ ਪਿਆਰ ਨਾਲ ਆਪਣੀ ਜ਼ਿੰਦਗੀ ਵਿੱਚ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀਆਂ ਨੂੰ ਮੁਹੱਬਤ ਕਰਦਾ ਹੋਇਆ, ਪਿਆਰ ਕਰਦਾ ਹੋਇਆ ਆਪਣੀ ਜ਼ਿੰਦਗੀ ਦੇ ਅੰਦਰ ਇਹ 5 ਨੇਮ ਇੱਕ ਹੋ ਕਰਕੇ, ਸਿੱਖ ਹੋ ਕਰਕੇ ਨਿਭਾਉਂਦਾ ਹੈ। 21 ਕੁਲ ਕੁਟੰਬ ਕੋ ਤਾਰੈ। ਗੁਰਦੇਵ ਕਹਿਣ ਲੱਗੇ ਖਾਲਸੇ ਦੇ ਇਸ ਨੇਮ ਦਾ ਫਲ ਵੀ ਬਹੁਤ ਵੱਡਾ ਹੈ। ਚਲੋ ਖਾਲਸੇ ਦਾ ਤੇ ਅਰਥ ਹੀ ਬੜਾ ਵੱਡਾ ਹੈ, ਪਰ ਖਾਲਸੇ ਦਾ ਆ ਜਿੰਨਾ ਕੁ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ, ਇਹਦਾ ਇਸ ਨੇਮ ਦਾ ਫਲ ਵੀ ਬਹੁਤ ਵੱਡਾ ਹੈ। ਕੀ ਹੈ ਕਿ ਇਹ ਅਗਰ ਖਾਲਸਾ ਇਦਾਂ ਨਿਤਨੇਮੀ ਹੁੰਦਾ ਹੈ ਤੇ 21 ਕੁੱਲਾਂ ਜਿਹੜੀਆਂ ਨੇ, 21 ਕੁੱਲ ਕੁਟੰਬ ਕੋ ਉਤਾਰੈ, ਇੱਕ ਕੁੱਲ ਨਹੀਂ 21 ਕੁੱਲਾਂ ਜਿਹੜੀਆਂ ਨੇ ਉਸ ਖਾਲਸੇ ਦੀਆਂ ਜਿਹੜੀਆਂ ਅੱਗੇ ਪਿੱਛੇ ਜਿਹੜੀਆਂ ਹਨ ਉਹ ਤਰਦੀਆਂ ਹਨ। ਭਾਵ ਜਿਵੇਂ ਜਨਮ ਦੇਣ ਵਾਲੇ, ਅੱਗੇ ਜਨਮ ਲੈਣ ਵਾਲੇ, ਅੱਗੇ ਫਿਰ ਅੱਗੇ ਪੀੜ੍ਹੀ ਦਰ ਪੀੜ੍ਹੀ ਪੋਤਰੇ ਪ੍ਰਭੂ, ਇਦਾਂ ਕਰਕੇ ਚਲੋ ਕੁਝ ਵਿਦਵਾਨ ਇਦਾਂ ਵੀ ਕਹਿੰਦੇ ਨੇ ਵੀ 14 ਅੱਗੇ ਤੇ 7 ਪਿੱਛੇ। ਇਹ ਵੀ ਜਿਹੜੀਆਂ ਕੁੱਲਾਂ ਨੇ ਉਸ ਗੁਰਮੁਖ ਦੀਆਂ ਤਰ ਜਾਂਦੀਆਂ ਨੇ, ਜਿਹਦੇ ਕੋਲ ਗੁਰੂ ਕੀ ਬਖਸ਼ਿਸ਼, ਗੁਰੂ ਬਾਣੀ ਦਾ ਪਿਆਰ ਹੋਵੇ, ਸੁੱਚੀ ਰਹਿਤ ਬਹਿਤ ਹੋਵੇ ਤੇ ਗੁਰੂ ਕੇ ਨੇਮਾਂ ਦਾ ਧਾਰਨੀ ਹੋਵੇ ਜੀ। ਜਨਮ ਮਰਨ ਨਾ ਪਾਵੈ ਸੋਏ। ਸੋ ਮਹਾਰਾਜ ਸਾਹਿਬ ਜੀਆਂ ਨੇ ਕਿਹਾ ਵੀ ਜਿਹੜਾ ਇਹ ਸਾਡਾ ਇਹ ਖਾਲਸਾ ਹੈ, ਪਿਆਰ ਵਾਲਾ ਸਿੱਖ ਹੈ, ਉਹ ਜਨਮ ਮਰਨ ਤੋਂ ਮੁਕਤ ਹੋਵੇਗਾ। ਪਰ ਹੋਵੇਗਾ ਕਦੋਂ? ਗੁਰਮੁਖੋ ਬਾਤਾਂ ਨਾਲ ਨਹੀਂ ਹੋਇਆ ਜਾਣਾ, ਕੱਲਾ ਇਦਾਂ ਸੁਣ ਕੇ ਵੀ ਮੈਂ ਬੇਨਤੀ ਕਰਾਂਗਾ ਨਹੀਂ ਹੋਇਆ ਜਾਣਾ। ਹੋਵੇਗਾ ਉਦੋਂ ਜਦੋਂ ਆ ਕਰਮ ਜਿਹੜੇ ਨੇ ਇਹਨਾਂ ਨੂੰ ਰੋਜ਼ਾਨਾ ਨੇਮ ਅਨੁਸਾਰ ਆਪਣੀ ਜ਼ਿੰਦਗੀ 'ਚ ਲੈ ਆਵੇਗਾ। ਤੇ ਨਾਲ ਮੈਂ ਵੀ ਬੇਨਤੀ ਕਰਾਂ, ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕੀ ਹਜ਼ੂਰੀ ਵਿੱਚ ਬੈਠੇ ਹਾਂ, ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਸ਼ੁਰੂ ਕਰ ਦਈਏ, ਏਡੇ ਔਖੇ ਵੀ ਕੋਈ ਨਹੀਂ ਨੇ। ਇਹ ਤੇ ਐਵੇਂ ਇੱਕ ਵਹਿਮ ਹੀ ਹੈ। ਆ ਕਿਸੇ ਨੂੰ ਬੇਨਤੀ ਕਰੀਏ ਕਿ ਜੀ ਭਾਈ ਸਾਹਿਬ ਖੰਡੇ ਬਾਟੇ ਦੀ ਪੌਲ ਲੈ ਲਓ, ਅੰਮ੍ਰਿਤ ਛਕ ਲਓ, ਕਹਿੰਦੇ ਨਹੀਂ ਜੀ ਕਿੱਥੇ ਸਾਥੋਂ ਰਹਿਤ ਰੱਖੀ ਜਾਣੀ ਹੈ। ਕੁਝ ਵੀ ਔਖਾ ਨਹੀਂ ਹੈ, ਜਿਨ੍ਹਾਂ ਗੁਰਮੁਖਾਂ ਨੇ ਛਕਿਆ ਰਹਿਤ ਰੱਖੀ ਹੋਈ ਹੈ। ਫਿਰ ਅੱਗੇ ਜਿਹੜੇ ਉਦਮੀ ਹੋਏ ਨੇ ਉਹਨਾਂ ਨੇਮ ਵੀ ਬੜੇ ਕਮਾਲ ਦੇ ਬਣਾਏ ਹੋਏ ਨੇ, ਤੇ ਬੜੇ ਬੜੇ ਪਦਵੀਆਂ ਤੇ ਕਹਿ ਲਵਾਂ ਜਾਂ ਸੰਤ ਪਦਵੀ, ਗੁਰਮੁਖ ਗੁਰਸਿੱਖਾਂ ਦੀਆਂ ਵੱਡੀਆਂ ਪਦਵੀਆਂ ਤੇ ਵੀ ਬੈਠੇ ਨੇ ਅੱਜ। ਸੋ ਇਸ ਕਰਕੇ ਜਿਹੜਾ ਵੀ ਕੋਈ ਗੁਰਮੁਖ ਪਿਆਰਾ ਪਿਆਰ ਨਾਲ ਗੁਰੂ ਬਚਨਾਂ ਤੇ ਪਹਿਰਾ ਦਿੰਦਾ ਹੋਇਆ ਆਪਣੀ ਜ਼ਿੰਦਗੀ ਦੇ ਅੰਦਰ ਇਹ ਕਾਰਜ ਕਰਦਾ ਹੈ, ਮਹਾਰਾਜ ਸਾਹਿਬ ਕਹਿਣ ਲੱਗੇ ਅਸੀਂ ਉਸ ਨੂੰ ਪਿਆਰ ਨਾਲੇ ਥਾਪੜਾ ਦਿੰਦੇ ਹਾਂ ਵੀ ਜਨਮ ਮਰਨ ਤੋਂ ਮੁਕਤ ਹੋਵੇਗਾ। ਨੰਦ ਲਾਲ ਵਾਚ ਦੋਹਾ। ਸੋ ਅੱਗੇ ਪਹਿਲੇ ਆਪਨੇ ਬਚਨ ਸਰਵਣ ਕੀਤਾ ਸੀ ਸ਼੍ਰੀ ਗੁਰਵਾਚ। ਸ਼੍ਰੀ ਗੁਰਵਾਚ ਤੋਂ ਭਾਵ ਗੱਲ ਮਹਾਰਾਜ ਸਾਹਿਬ ਕਹਿ ਰਹੇ ਸਨ ਤੇ ਲਿਖਤ ਭਾਈ ਨੰਦ ਲਾਲ ਸਾਹਿਬ ਜੀ ਕਰ ਰਹੇ ਸਨ। ਹੁਣ ਜਿਹੜਾ ਅਗਲਾ ਬਚਨ ਆਇਆ ਹੋਇਆ ਨੰਦ ਲਾਲ ਵਾਚ, ਹੁਣ ਕੀ ਹੈ? ਹੁਣ ਜਿਹੜਾ ਬਚਨ ਹੈ, ਸਵਾਲ ਹੈ, ਉਹ ਭਾਈ ਨੰਦ ਲਾਲ ਸਾਹਿਬ ਜੀ ਹੋਰ ਕਰ ਰਹੇ ਨੇ ਮਹਾਰਾਜ ਸਾਹਿਬ ਜੀ ਕੋ, ਕਿਉਂਕਿ ਭਾਈ ਨੰਦ ਲਾਲ ਸਾਹਿਬ ਜੀ ਨੇ ਅੱਗੇ ਸਾਰੀ ਗੱਲ ਸਮਝਾਉਣੀ ਹੈ ਤੇ ਜਿਹਨੇ ਸਮਝਾਉਣੀ ਹੈ ਉਹਨੂੰ ਸਭ ਤੋਂ ਪਹਿਲਾਂ ਆਪ ਸਮਝਣੀ ਜ਼ਰੂਰੀ ਹੈ, ਤਾਂ ਹੀ ਕੋਈ ਅੱਗੇ ਬੋਲਿਆ ਜਾਏਗਾ। ਜੇ ਆਪ ਹੀ ਨਹੀਂ ਕੋਈ ਗੱਲ ਸਮਝ ਵਿੱਚ ਆਈ ਤੇ ਅੱਗੇ ਕਿਸੇ ਨੂੰ ਕੀ ਨੁਕਤਾ ਦੇ ਦੇਵਾਂਗੇ ਅਸੀਂ। ਸੋ ਹੁਣ ਭਾਈ ਨੰਦ ਲਾਲ ਸਾਹਿਬ ਜੀ ਅਗਲਾ ਬਚਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀਆਂ ਨੂੰ ਕਰ ਰਹੇ ਨੇ ਤੇ ਉਹਦਾ ਫਿਰ ਜਵਾਬ ਮਹਾਰਾਜ ਸਾਹਿਬ ਜੀਆਂ ਤੋਂ ਆਪ ਬੈਠ ਕਰਕੇ ਸਰਵਣ ਕਰਨਗੇ, ਫਿਰ ਆਪਣੀ ਲਿਖਤ ਵਿੱਚ ਦਰਜ ਕਰਨਗੇ। ਸੋ ਇੱਥੇ ਅਗਲਾ ਬਚਨ ਹੈ ਸ਼੍ਰੀ ਨੰਦ ਲਾਲ ਵਾਚ। ਇਹ ਹੁਣ ਬਚਨ ਭਾਈ ਨੰਦ ਲਾਲ ਜੀ ਦਾ, ਦੋਹਾ ਦੋਹਰਾ, ਜਿਵੇਂ ਦੋ ਤੁਕਾਂ ਦਾ ਇਹ ਪਦ ਹੈ ਜੀ। ਤੁਮ ਜੋ ਕਹਾ ਗੁਰਦੇਵ ਜੀ ਦਰਸ਼ਨ ਕਰ ਮੋਹ ਆਏ, ਲਖੀਏ ਤੁਮਰਾ ਦਰਸ ਕਹਾਂ ਕਹੋ ਮੋਹ ਸਮਝਾਏ। ਹੁਣ ਭਾਈ ਨੰਦ ਲਾਲ ਸਾਹਿਬ ਜੀ ਹੋਰਾਂ ਨੇ ਇੱਥੇ ਫਿਰ ਅੱਗੇ ਜਿਹੜੇ ਬਚਨ ਕੀਤੇ ਹਨ, ਭਾਈ ਨੰਦ ਲਾਲ ਸਾਹਿਬ ਜੀ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀਆਂ ਨੂੰ ਇਹ ਸਵਾਲ ਪੁੱਛਣ ਲੱਗੇ, ਕਹਿਣ ਲੱਗੇ ਤੁਮ ਜੋ ਕਹਾ ਗੁਰਦੇਵ ਜੀ। ਇਹਦੇ ਭਾਵ ਅਰਥ ਨੇ ਕਿ ਗੁਰਦੇਵ ਗੁਰੂ ਕਲਗੀਧਰ ਸਾਹਿਬ ਮਹਾਰਾਜ, ਜਿਵੇਂ ਤੁਸੀਂ ਇਹ ਰਹਿਤ ਮੈਨੂੰ ਸਾਰੀ ਦੱਸੀ ਹੈ ਤੇ ਇਸ ਰਹਿਤ ਵਿੱਚ ਇੱਕ ਗੱਲ ਤੁਸੀਂ ਕਹੀ ਹੈ ਵੀ ਸਿੱਖ ਆਪਣਾ ਨਿਤਨੇਮ ਕਰਨ ਤੋਂ ਉਪਰੰਤ ਰੋਜ਼ਾਨਾ ਮੇਰਾ ਦਰਸ਼ਨ ਕਰੇ ਆ ਕੇ। ਆਪਾਂ ਪੜ੍ਹਿਆ ਨਾ, ਫਿਰ ਦਰਸ਼ਨ ਕਰੇ ਸਿੱਖ ਮੋਏ ਆਏ।
ਸੋ ਸਿੱਖ ਉੱਠੇ ਗੁਰਮੰਤਰ ਵੀ ਜਪ ਲਵੇਗਾ, ਸਿੱਖ ਉਦਮ ਕਰਕੇ ਇਸ਼ਨਾਨ ਕਰਕੇ ਨਿਤਨੇਮ ਵੀ ਕਰੇਗਾ। ਫਿਰ ਨੇਮ ਇਹ ਵੀ ਲਾਜ਼ਮੀ ਹੈ ਵੀ ਹਰ ਸਿੱਖ ਨੇ ਗੁਰਦੁਆਰੇ ਆ ਕੇ ਗੁਰੂ ਦਾ ਦਰਸ਼ਨ ਕਰਨਾ ਹੀ ਕਰਨਾ। ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਗੁਰੂ ਕੇ ਇਹਨਾਂ ਬੋਲਾਂ ਨੂੰ ਸਮਝੀਏ ਜ਼ਰੂਰ, ਤੇ ਇੱਕ ਨੇਮ ਬਣਾਈਏ ਵੀ ਜੀਵਨ ਵਿੱਚ ਆ 24 ਘੰਟਿਆਂ 'ਚ ਇੱਕ ਵਾਰ ਜ਼ਰੂਰ ਗੁਰਦੁਆਰੇ ਦਰਸ਼ਨ ਕਰੀਏ। ਚਲੋ ਜੇ ਗੁਰੂ ਕਿਰਪਾ ਕਰੇਗਾ ਆਪਾਂ ਨੇਮ ਬਣਾਵਾਂਗੇ, ਫਿਰ ਸਮਾਂ ਆਪੇ ਹੀ ਸਵੇਰ ਦਾ ਵੱਜ ਜਾਏਗਾ। ਅਜੇ ਤੇ ਸਿੱਖ ਇੰਨਾ ਕੁ ਮੌਜੂਦਾ ਸਮੇਂ 'ਚ ਆਪਾਂ ਵੇਖਦੇ ਹੀ ਪਏ ਹਾਂ ਵੀ ਇੰਨਾ ਕੁ ਆਲਸੀ ਵੀ ਹੋ ਗਿਆ। ਹੁਣ ਤੇ ਕਹਿੰਦਾ ਵੀ ਸੰਗਰਾਂਦ ਆਵੇਗੀ, ਮੱਸਿਆ ਆਵੇਗੀ, ਫੇਰ ਹੀ ਗੁਰਦੁਆਰੇ ਜਾਵਾਂਗੇ, ਕਿਹੜੇ ਦਰਸ਼ਨ ਕਰਨੇ ਨੇ। ਇਹ ਬੜੀ ਘਾਟ ਪੈ ਗਈ ਹੈ। ਦੂਜਾ, ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਬਚਨ ਕਰ ਰਹੇ ਨੇ, ਤੁਮ ਜੋ ਕਹਾ ਗੁਰਦੇਵ ਜੀ, ਇਹ ਗੁਰਦੇਵ ਗੁਰੂ ਕਲਗੀਧਰ ਸਾਹਿਬ ਜੀ ਜਿਵੇਂ ਤੁਸੀਂ ਕਹਿ ਰਹੇ ਹੋ, ਦਰਸ਼ਨ ਕਰਮ ਹੋਏ ਆਏ ਕਿ ਸਿੰਘ ਆਵੇ ਆ ਕਰਕੇ ਮੇਰਾ ਦਰਸ਼ਨ ਕਰੇ। ਆਪ ਜੀਆਂ ਨੇ ਬਚਨ ਕਹੇ ਨੇ, ਲਖੀਏ ਤੁਮਰਾ ਦਰਸ਼ ਕਹਾਂ। ਹੁਣ ਲਖੀਏ, ਵੇਖੀਏ, ਕਹੋ ਮੋਹੇ ਸਮਝਾਏ। ਹੁਣ ਮੈਨੂੰ ਇਹ ਵੀ ਥੋੜਾ ਜਿਹਾ ਵਿਸਥਾਰ ਨਾਲ ਸਮਝਾ ਕੇ ਦੱਸੋ ਵੀ ਆਪ ਜੀ ਦਾ ਦਰਸ਼ਨ ਕਿਵੇਂ ਹੋ ਸਕਦਾ ਹੈ ਜਾਂ ਅਸੀਂ ਕਿਵੇਂ ਕਰ ਸਕਦੇ ਹਾਂ। ਚਲੋ ਇੱਥੇ ਮੈਂ ਇੱਕ ਬੇਨਤੀ ਹੋਰ ਕਰਾਂਗਾ। ਅੱਜ ਤੇ ਗੁਰੂ ਕੀ ਕਿਰਪਾ ਸਦਕਾ ਨਾ ਸਾਡਿਆਂ ਨਗਰਾਂ ਵਿੱਚ 3-3, 4-4, 5-5 ਗੁਰਦੁਆਰੇ ਵੀ ਕਈ ਨਗਰਾਂ 'ਚ ਬਣ ਚੁੱਕੇ ਨੇ, ਇਤਿਹਾਸਿਕ ਸਥਾਨ ਵੀ ਹੈ ਨੇ। ਫਿਰ ਪੋਥੀਆਂ ਉਤਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਸਰੂਪ ਹਰ ਥਾਂ ਤੇ ਪ੍ਰਕਾਸ਼ਮਾਨ ਨੇ। ਸਿੰਘ ਆਵੇ ਪਿਆਰ ਨਾਲ ਗੁਰੂ ਚਰਨਾਂ ਵਿੱਚ ਬਵੇ, ਬਾਣੀ ਸੁਣੇ, ਦਰਸ਼ਨ ਕਰੇ, ਹੋ ਜਾਏਗਾ। ਇੱਕ ਸਮਾਂ ਉਹ ਵੀ ਸੀ ਜਦੋਂ ਕੇਵਲ ਤੇ ਕੇਵਲ ਗੁਰੂ ਸਰੀਰ ਰੂਪ ਵਿੱਚ ਵਿਚਰ ਰਹੇ ਨੇ, ਤੇ ਇਦਾਂ ਹਰ ਥਾਂ ਤੇ ਗੁਰੂ ਦਾ ਦਰਸ਼ਨ ਕਰਨਾ ਬੜਾ ਅਸੰਭਵ ਹੈ। ਅੱਜ ਕਈ ਗੁਰਮੁਖ ਪਿਆਰੇ ਇਦਾਂ ਸਵਾਲ ਕਰਦੇ ਨੇ, ਵੇਖੋ ਜੀ ਸੰਗਤਾਂ ਮੱਸਿਆ ਵਾਲੇ ਦਿਨ ਗੁਰਦੁਆਰੇ ਕਿਉਂ ਜਾਂਦੀਆਂ ਨੇ, ਸੰਗਤਾਂ ਪੂਰਨਮਾਸ਼ੀ ਨੂੰ ਮਹਾਰਾਜ ਦੇ ਘਰ ਕਿਉਂ ਮਿੱਥ ਲਿਆ ਜਾਣਾ, ਦਿਨ ਤੇ ਸਾਰੇ ਹੀ ਚੰਗੇ ਨੇ। ਚਲੋ ਠੀਕ ਹੈ ਗੁਰਮੁਖੋ, ਅੱਜ ਦੇ ਸਮੇਂ ਵਿੱਚ ਹਰ ਥਾਂ ਤੇ ਮਹਾਰਾਜ ਸਾਹਿਬ ਜੀ ਕੇ ਸਰੂਪ ਪ੍ਰਕਾਸ਼ ਨੇ। ਸਿੱਖ ਜਿੱਥੇ ਮਨ ਕਰੇ ਗੁਰੂ ਚਰਨਾਂ ਵਿੱਚ ਜੁੜ ਕੇ ਬਹਿ ਸਕਦਾ, ਪਰ ਇਹ ਸਮਾਂ ਉਦੋਂ ਬੜੇ ਵਿਚਾਰਨ ਵਾਲਾ ਹੈ ਜਿਸ ਵਕਤ ਮਹਾਰਾਜ ਸਰੀਰ ਕਾਲ ਵਿੱਚ ਵਰਤਦੇ ਨੇ ਨਾ। ਤੇ ਜਿਨ੍ਹਾਂ ਸਿੰਘਾਂ ਦੇ ਅੰਦਰ ਇਹ ਭਾਵਨਾ ਹੁੰਦੀ ਸੀ ਮਹਾਰਾਜ ਜੀ ਦਾ ਦਰਸ਼ਨ ਕਰਨਾ, ਬੜੇ ਬੜੇ ਸਮੇਂ ਬਾਅਦ ਜਾ ਕੇ ਕਿਤੇ ਗੁਰੂ ਕੇ ਪਾਵਨ ਦਰਸ਼ਨ ਹੁੰਦੇ ਸਨ। ਬੜੇ ਹਰ ਥਾਂ ਤੇ ਹਰ ਨਗਰ ਵਿੱਚ ਇਦਾਂ ਦੀ ਬਰਕਤ ਨਹੀਂ ਸੀ ਜਿਵੇਂ ਅੱਜ। ਚਲੋ ਮਹਾਰਾਜ ਸਾਹਿਬ ਜੀ ਕੀ ਕਿਰਪਾ ਹੋਈ, ਪਰ ਸ਼ਬਦ ਪ੍ਰਕਾਸ਼ ਹੈ। ਸਿੱਖ ਜਿੱਥੇ ਚਾਹਵੇ ਸੁਰਤੀ ਬਿਰਤੀ ਜੋੜ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਵਿੱਚ ਜੁੜ ਕੇ ਬਹਿ ਸਕਦਾ। ਪਰ ਉਦੋਂ ਤੇ ਬੜੇ ਬੜੇ ਸਮਿਆਂ ਬਾਅਦ, ਕਈਆਂ ਨੂੰ ਕਿਤੇ ਸਾਲ ਬਾਅਦ, 2 ਸਾਲਾਂ ਬਾਅਦ, 5-5 ਸਾਲਾਂ ਬਾਅਦ, ਭਾਵਨਾ ਵਾਲੇ ਕਈ ਵਿਚਾਰੇ ਅਰਦਾਸਾਂ ਕਰਦੇ ਥੱਕ ਜਾਂਦੇ ਸਨ, ਮਹਾਰਾਜ ਸਮਾਂ ਹੀ ਨਹੀਂ ਬਣਦਾ ਪਿਆ ਆਪ ਜੀ ਕੇ ਦਰਸ਼ਨ ਕਰਨੇ ਨੇ। ਸੋ ਜਿਵੇਂ ਜਿਵੇਂ ਗੁਰੂ ਕੀ ਕਿਰਪਾ ਹੋਈ, ਚਲੋ ਅੱਜ ਦਾ ਯੁੱਗ ਬੜਾ ਸੌਖਾ ਹੈ। ਦੂਸਰਾ, ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਪੁੱਛ ਰਹੇ ਨੇ, ਮਹਾਰਾਜ ਸਾਹਿਬ ਤੁਹਾਡਾ ਦਰਸ਼ਨ ਕਿਵੇਂ ਹੋ ਸਕਦਾ ਹੈ। ਸੋ ਮਹਾਰਾਜ ਸਾਹਿਬ ਜੀਆਂ ਨੇ ਨਾ ਭਾਈ ਸਾਹਿਬ ਜੀਆਂ ਦੇ ਪੁੱਛਣ ਤੇ ਸਾਰੀ ਵਿਥਿਆ ਹੀ ਖੋਲ ਕੇ ਦੱਸ ਦਿੱਤੀ। ਮਹਾਰਾਜ ਸਾਹਿਬ ਨੇ ਸਾਰੀ ਦਰਸ਼ਨਾਂ ਦੀ ਜੁਗਤ ਜਿਵੇਂ ਦੱਸੀ ਹੈ, ਉਹ ਅੱਗੇ ਫਿਰ ਹੁਣ ਦਰਜ ਕਰਦੇ ਹਨ। ਸ੍ਰੀ ਗੁਰੂ ਵਾਚ ਦੋਹਾ। ਹੁਣ ਆ ਜਿਹੜਾ ਅਗਲਾ ਬਚਨ ਹੈ, ਇਹ ਹੈ ਸ੍ਰੀ ਗੁਰਵਾਚ। ਸ੍ਰੀ ਧੰਨ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ, ਵਾਚ ਵਾਕਿਆ ਮਹਾਰਾਜ ਸਾਹਿਬ ਜੀ ਕੇ ਮੁਖ ਤੋਂ ਉਚਾਰਨ ਹੋਇਆ ਬਚਨ ਦੋਹਾ, ਦੋਹਰਾ। ਇਹ ਜਿਹੜਾ ਅਗਲਾ ਬਚਨ ਹੈ, ਇਹ ਹੁਣ ਮਹਾਰਾਜ ਸਾਹਿਬ ਜੀ ਆਪ ਫਿਰ ਦੱਸਣ ਲੱਗੇ ਹਨ। ਤੀਨ ਰੂਪ ਹੈ ਮੋਹ ਕੇ, ਸੁਨੋ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ ਹੈ, ਕਹੇ ਤੋ ਸਮਝਾਏ। ਹੁਣ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਆ ਜਿਹੜੀ ਬਾਤ, ਆ ਜਿਹੜਾ ਬਚਨ ਆਪਣੇ ਪਾਵਨ ਮੁਖ ਤੋਂ ਭਾਈ ਨੰਦ ਲਾਲ ਸਾਹਿਬ ਜੀ ਕੋ ਸਰਵਣ ਕਰਵਾ ਰਹੇ ਨੇ ਨਾ, ਇਹਦੀ ਵੀ ਇੱਕ ਬੜੀ ਅਗੰਮੀ ਕਥਾ ਹੈ। ਮਹਾਰਾਜ ਸਾਹਿਬ ਜੀ ਕਹਿ ਰਹੇ ਨੇ, ਜਿਵੇਂ ਤੁਸੀਂ ਪੁੱਛਿਆ ਨੰਦ ਲਾਲ ਜੀ, ਉਸੇ ਤਰ੍ਹਾਂ ਤੀਨ ਰੂਪ ਹੈ ਮੋਹੇ ਕੇ, ਸੁਨੋ ਨੰਦ ਚਿਤ ਲਾਏ। ਸਾਡੇ 3 ਸਰੂਪ ਨੇ, ਗੁਰੂ ਦੇ 3 ਸਰੂਪ ਨੇ, ਤੇ ਤਿੰਨਾਂ ਸਰੂਪਾਂ ਦੀ ਜੋ ਕਥਾ ਹੈ, ਤਿੰਨਾਂ ਸਰੂਪਾਂ ਦਾ ਜੋ ਦੀਦਾਰ ਹੈ, ਉਹ ਅਸੀਂ ਹੁਣ ਤੁਹਾਨੂੰ ਵਿਸਤਾਰ ਸਹਿਤ ਥੋੜਾ ਜਿਹਾ ਦੱਸ ਦਿੰਨੇ ਆ। ਅਗਾਂ ਗੁਰੂ ਕਿਰਪਾ ਕਰੇਗਾ ਤੁਸੀਂ ਸਾਡੇ ਖਾਲਸੇ ਨੂੰ, ਸਾਡੇ ਸਿੱਖਾਂ ਨੂੰ ਇਹ ਸਾਰੀ ਗੱਲ ਜਿਹੜੀ ਹੈ ਵਿਸਥਾਰ ਨਾਲ ਦੱਸ ਦਿਓ। ਹੁਣ ਤਿੰਨ ਸਰੂਪ ਕਿਹੜੇ ਨੇ ਜਿਹਦਾ ਜ਼ਿਕਰ ਅੱਗੇ ਹੈ? ਨਿਰਗੁਣ, ਸਰਗੁਣ, ਗੁਰ ਸ਼ਬਦ ਹੈ, ਕਹੇ ਤੋਹੇ ਸਮਝਾਏ। ਸਮਝਾਏ ਤੋਂ ਭਾਵ ਆਪਾਂ ਲੈ ਲੈਂਦੇ ਹਾਂ ਵੀ ਡਿਟੇਲ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ, ਸਾਰਾ ਵਿਸਥਾਰ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ। ਪਹਿਲਾ ਸਰੂਪ ਹੈ ਅਕਾਲ ਪੁਰਖ ਪ੍ਰਮਾਤਮਾ ਦਾ ਨਿਰਗੁਣ। ਨਿਰਗੁਣ ਸਰੂਪ ਦੀ ਬਾਣੀ ਵਿੱਚ ਵੱਡੀ ਵਿਆਖਿਆ ਹੈ। ਨਿਰਗੁਣ ਪਰਮਾਤਮਾ ਜਿਹੜਾ ਸਰਗੁਣ, ਨਿਰਗੁਣ, ਨਿਰੰਕਾਰ, ਸੁੰਨ ਸਮਾਧੀ ਆਪ,
ਯਤ ਸਰਗੁਣ ਤੇ ਨਿਰਗੁਣ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ, ਇਵੇਂ ਕਰਕੇ ਬੜੇ ਵਾਕਿਆ ਨੇ ਗੁਰਬਾਣੀ ਦੇ ਵਿੱਚ। ਪਰੰਤੂ ਨਿਰਗੁਣ ਸਰੂਪ ਜਿਹੜਾ ਹੈ ਉਹਦਾ ਇੱਕ ਆਪਣਾ ਭੇਤ ਹੈ। ਚਲੋ ਜਿਵੇਂ ਕਥਾ ਅੱਗੇ ਤੁਰੇਗੀ ਉਹ ਸਾਰਾ ਵਿਸਥਾਰ ਆ ਰਿਹਾ, ਮੈਂ ਇੱਥੇ ਕੇਵਲ ਇੰਨੀ ਗੱਲ ਕਰਦਾ ਕਿ ਨਿਰਗੁਣ ਸਰੂਪ ਦਾ ਇੱਕ ਆਪਣਾ ਭੇਦ ਹੈ। ਦੂਸਰਾ ਮੇਰਾ ਸਰੂਪ ਹੈ ਸਰਗੁਣ। ਸਰਗੁਣ ਆਕਾਰ ਹੁੰਦਾ ਹੈ, ਨਿਰਗੁਣ ਨਿਰਾਕਾਰ ਹੁੰਦਾ, ਸਰਗੁਣ ਆਕਾਰ ਹੁੰਦਾ। ਜਿਵੇਂ ਗੁਰੂ ਜੋਤ ਵੀ ਹੈ ਤੇ ਗੁਰੂ ਸਰੀਰ ਰੂਪ ਵਿੱਚ ਵੀ ਹੈ। ਗੁਰੂ ਜੋਤ ਵੀ ਹੈ, ਗੁਰੂ ਆਕਾਰ ਵਿੱਚ ਵੀ ਹੈ, ਗੁਰੂ ਨਿਰਾਕਾਰ ਵਿੱਚ ਵੀ ਹੈ, ਗੁਰੂ ਆਕਾਰ ਵੀ ਧਾਰਨ ਕੀਤਾ ਗੁਰੂ ਨੇ। ਸੋ ਦੂਸਰਾ ਸਰੂਪ ਹੈ ਸਰਗੁਣ, ਜਿਹੜਾ ਆਕਾਰ ਵਿੱਚ ਵੇਖਿਆ ਜਾਂਦਾ। ਜਿਵੇਂ ਆਪਾਂ ਕਵਾਂਗੇ ਕਿ ਗੁਰੂ ਕੇ 10 ਜਾਮੇ ਸੰਸਾਰ ਵਿੱਚ ਪ੍ਰਗਟ ਹੋਏ ਨੇ, ਗੁਰੂ ਨਾਨਕ ਸਾਹਿਬ ਜੀਆਂ ਤੋਂ ਲੈ ਗੁਰੂ ਕਲਗੀਧਰ ਸਾਹਿਬ ਜੀਆਂ ਤੱਕ ਸਰੀਰ ਰੂਪ ਵਿੱਚ ਇਹ ਜੋਤ ਪ੍ਰਕਾਸ਼ਮਾਨ ਰਹੀ। ਹੁਣ ਉਹ 10 ਆਕਾਰ ਜਿਹੜੇ ਨੇ ਉਹ ਸਰਗੁਣ ਸਰੂਪ ਮੰਨੇ ਜਾਂਦੇ ਨੇ। ਹੈ ਭਾਵੇਂ ਨਿਰਗੁਣ, ਆਪ ਹੀ ਨਿਰੰਕਾਰ ਹੈ, ਪਰੰਤੂ ਉਹ 10 ਸਰਗੁਣ ਮੰਨੇ ਜਾਂਦੇ ਨੇ। ਤੀਸਰਾ ਹੈ ਗੁਰ ਸ਼ਬਦ ਹੈ, ਤੀਸਰਾ ਗੁਰ ਸ਼ਬਦ। ਹੁਣ ਸਰਗੁਣ ਦਾ ਭੇਤ ਤੇ ਨਿਰਗੁਣ ਦੀ ਪਹਿਚਾਨ, ਇਹ ਦੋਵੇਂ ਬਾਤਾਂ ਹੀ ਗੁਰੂ ਸ਼ਬਦ ਨਾਲ ਸਮਝ ਵਿੱਚ ਆਉਂਦੀਆਂ ਨੇ। ਗੁਰੂ ਸ਼ਬਦ ਤੋਂ ਬਿਨਾ ਨਾ ਤੇ ਨਿਰਗੁਣ ਦਾ ਕੋਈ ਇਲਮ ਹੈ, ਨਾ ਤੇ ਨਿਰਗੁਣ ਦੀ ਕੋਈ ਕਿਸੇ ਪਾਸੋਂ ਪਕੜ ਹੈ, ਤੇ ਨਾ ਹੀ ਕੋਈ ਸਰਗੁਣ ਨੂੰ ਪਹਿਚਾਨ ਸਕਦਾ। ਸੋ ਸਰਗੁਣ ਦੇ ਵਿੱਚ ਠੀਕ ਹੈ ਗੁਰੂ ਨਾਨਕ ਸਾਹਿਬ ਸਰੀਰ ਰਹਿ ਕੇ ਬੋਲੇ ਜ਼ਰੂਰ, ਪਰੰਤੂ ਉਹਨਾਂ ਵੀ ਮਹਾਨਤਾ ਸਾਰੇ ਦੀ ਸਾਰੀ ਇਸ ਸ਼ਬਦ ਨੂੰ, ਇਸ ਗੁਰਬਾਣੀ ਨੂੰ ਦਿੱਤੀ। ਸਾਨੂੰ ਵੀ ਕਿਹਾ ਭਾਈ ਸਿੱਖੋ ਬਾਣੀ ਪੜ੍ਹਿਓ, ਤੁਹਾਡੇ ਰੱਬ ਦੀ ਸਮਝ ਆਵੇਗੀ ਤੁਹਾਨੂੰ। ਸੋ ਤੀਸਰਾ ਗੁਰ ਸ਼ਬਦ ਹੈ। ਮਹਾਰਾਜ ਸਾਹਿਬ ਕਹਿਣ ਲੱਗੇ ਆਹ ਸਾਡੇ 3 ਸਰੂਪ ਨੇ, ਤੇ ਇਹਨਾਂ 3 ਸਰੂਪਾਂ ਦੀ ਜਿਹੜੀ ਗੱਲ ਹੈ, ਜੋ ਵਿਸਥਾਰ ਹੈ, ਉਹ ਅੱਗੇ ਤੁਹਾਨੂੰ ਸਾਰਾ ਵਿਸਥਾਰ ਸਹਿਤ ਅਸੀਂ ਸਾਰੀ ਬਾਤ ਜਿਹੜੀ ਹੈ ਉਹ ਦੱਸਦੇ ਹਾਂ ਜੀ। ਚੌਪਈ ਏਕ ਰੂਪ ਤੈ ਗੁਣ ਤੇ ਪਰੇ। ਹੁਣ ਸਭ ਤੋਂ ਪਹਿਲਾਂ ਆਪਣੇ ਪਹਿਲੇ ਸਰੂਪ ਨਿਰਗੁਣ ਦੀ ਗੱਲ ਕਰਨ ਲੱਗੇ ਨੇ, ਕਿਉਂਕਿ ਤਿੰਨਾਂ ਦੀ ਵਿਸਥਾਰ ਸਹਿਤ ਥੋੜੀ ਜੀ ਕਥਾ ਹੋਣੀ ਹੈ। ਸਭ ਤੋਂ ਪਹਿਲਾਂ ਨਿਰਗੁਣ ਸਰੂਪ ਦੀ ਗੱਲ ਕਰ ਰਹੇ ਨੇ। ਨਿਰਗੁਣ ਸਰੂਪ ਜਿਹੜਾ ਸਰੂਪ ਹੈ ਤ੍ਰੈ ਗੁਣ ਤੇ ਪਰੇ। ਜਿਵੇਂ 3 ਗੁਣ ਨੇ ਮਾਇਆ ਦੇ, ਰਜ ਗੁਣ, ਤਮ ਗੁਣ, ਸਤ ਗੁਣ, ਤੇ ਤਿੰਨਾਂ ਗੁਣਾਂ ਤੋਂ ਪਰਾਂ, ਤਿੰਨਾਂ ਗੁਣਾਂ ਤੋਂ ਪਰਾਂ ਦਾ ਇੱਕ ਸਰੂਪ। ਜਾਂ ਚਲੋ ਇਹਦੀ ਅੱਗੇ ਹੋਰ ਥੋੜਾ ਵਿਸਥਾਰ ਆਉਂਦਾ, ਜਿਵੇਂ ਗੱਲ ਚੱਲਦੀ ਹੈ। ਮਹਾਰਾਜ ਸਾਹਿਬ ਕਹਿਣਗੇ ਇੱਕ ਸਾਡਾ ਉਹ ਰੂਪ ਹੈ ਜਿਹਦੇ ਉੱਪਰ ਕਿਸੇ ਸ਼ੈ ਦਾ ਕੋਈ ਪ੍ਰਭਾਵ ਨਹੀਂ ਹੈ। ਜਾਂ ਇਹਦੇ ਮੈਂ ਕੁਝ ਏਦਾਂ ਅਰਥ ਕਰਾਂ, ਆ ਜਿਹੜਾ ਸਾਡਾ ਸੰਸਾਰ ਹੈ ਨਾ, ਇਹ ਸਮੇਂ ਵਿੱਚ ਹੈ, ਤੇ ਸਮੇਂ ਦੇ ਵਿੱਚ ਜਿਹੜੀ ਚੀਜ਼ ਚੱਲ ਰਹੀ ਹੈ ਉਹਦਾ ਪਿਛਲਾ ਸਮਾਂ ਵੀ ਹੈ, ਉਹਦਾ ਅਗਲਾ ਸਮਾਂ ਵੀ ਹੈ, ਤੇ ਵਰਤਮਾਨ ਵੀ ਹੈ। ਜਿਵੇਂ ਮਹਾਰਾਜ ਸਾਹਿਬ ਜੀਆਂ ਨੇ ਆਦ ਸੱਚ ਦੀ ਗੱਲ ਕੀਤੀ ਹੈ, ਮੂਲ ਮੰਤਰ ਵਿੱਚ ਸਾਰਾ ਨਿਰਗੁਣ ਤੇ ਗਾਇਆ ਗਿਆ। ਤੇ ਮੂਲ ਮੰਤਰ ਦਾ ਜਿਹੜਾ ਪਹਿਲਾ ਸ਼ਲੋਕ ਆਪਾਂ ਪੜ੍ਹਦੇ ਹਾਂ, ਆਦ ਜੁਗਾਦ ਹੈ ਤੇ ਹੋਸੀ, ਇਹ 4 ਲਫ਼ਜ਼ ਨੇ ਉਹਦੇ ਵਿੱਚ। ਹੁਣ 3 ਸਮੇਂ ਨੇ ਸਾਡੇ ਪਾਸ, 3 ਵਿੱਚ ਕੁਛ ਜਿਵੇਂ ਆ ਸਾਡਾ ਜੀਵਨ ਵੀ ਹੈ ਨਾ, ਇਹਦੇ ਵਿੱਚੋਂ ਕੁਝ ਹਿੱਸਾ ਅਸੀਂ ਜੀ ਬੈਠੇ ਹਾਂ, ਕੁਝ ਦੀ ਅਜੇ ਆਸ਼ਾ ਰੱਖੀ ਹੈ ਜੀਵਾਂਗੇ, ਪਰ ਆ ਕੁਝ ਵਰਤਮਾਨ ਆ ਮੌਜੂਦ ਸਮੇਂ 'ਚ ਬੈਠੇ ਆ। 3 ਹਿੱਸੇ, ਤੇ ਇਹਨਾਂ ਤਿੰਨਾਂ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਰਚੀ ਪਈ ਹੈ। 3 ਏਕ ਰੂਪ ਤੇ ਗੁਣ ਤੇ ਪਰੇ। ਪਰ ਇਹ ਜਿਹੜੇ 3 ਗੁਣ ਨੇ ਨਾ, ਜਿਨ੍ਹਾਂ ਵਿੱਚ ਸਾਰੀ ਸ੍ਰਿਸ਼ਟੀ ਹੈ, ਇੱਕ ਪਿਛਲਾ ਸਮਾਂ, ਇੱਕ ਅਗਲਾ ਤੇ ਇੱਕ ਵਰਤਮਾਨ। ਇੱਕ ਮਹਾਰਾਜ ਸਾਹਿਬ ਕਹਿਣ ਲੱਗੇ ਸਾਡਾ ਜਿਹੜਾ ਸਰੂਪ ਹੈ ਨਾ, ਤਿੰਨਾਂ ਤੋਂ ਪਰਾਂ ਹੈ। ਨਾ ਉਹਦੇ ਤੇ ਉਸ ਪਿਛਲੇ ਸਮੇਂ ਦਾ ਕੋਈ ਪ੍ਰਭਾਵ ਹੈ, ਨਾ ਅਗਲੇ ਸਮੇਂ ਦਾ ਕੋਈ ਪ੍ਰਭਾਵ ਹੈ, ਤੇ ਨਾ ਵਰਤਮਾਨ ਦਾ ਕੋਈ ਪ੍ਰਭਾਵ ਹੈ। ਭਾਵ ਇਹਨਾਂ ਗੁਣਾਂ ਤੋਂ ਬਿਲਕੁਲ ਮੁਕਤ ਹੈ। ਉਸੇ ਨੂੰ ਹੀ ਗੁਰਬਾਣੀ ਵਿੱਚ ਅਕਾਲ ਕਿਹਾ ਗਿਆ, ਉਸੇ ਨੂੰ ਸਵੈਭੰਗ ਕਿਹਾ ਗਿਆ। ਸੋ ਮਹਾਰਾਜ ਸਾਹਿਬ ਜੀਆਂ ਨੇ ਨਿਰਗੁਣ ਸਰੂਪ ਦੀ ਤੇ ਵੈਸੇ ਬਾਣੀ ਵਿੱਚ ਬਹੁਤ ਵੱਡੀ ਕਥਾ ਗਾਇਨ ਕੀਤੀ ਹੈ। ਸੋ ਜਿਵੇਂ ਮਹਾਰਾਜ ਸਾਹਿਬ ਜੀ ਦੱਸ ਰਹੇ ਹਨ, ਨੇਤ ਨੇਤ ਜੈ ਨਿਗਮ ਉਚਰੇ। ਤੇ ਇਹ ਜਿਹੜਾ ਸਾਡਾ ਨਿਰਗੁਣ ਸਰੂਪ ਹੈ, ਇਸ ਨੂੰ ਸਾਰੇ ਹੀ ਗ੍ਰੰਥ, ਸਾਰੇ ਹੀ ਵੇਦੀ, ਵੇਦ ਪੜ੍ਹਨ ਵਾਲੇ ਜਾਂ ਸਭ ਕੋਈ ਜਿਤਨੇ ਵੀ ਹੁਣ ਤੱਕ ਪੈਗੰਬਰ ਅਵਤਾਰ ਔਲੀਏ ਆਏ ਨੇ, ਗੁਰੂ ਆਏ ਨੇ, ਸਭ ਇਹਦੀ ਕਥਾ ਕਰਦੇ ਰਹੇ ਨੇ। ਸਭ ਉਹਨੂੰ ਨੇਤ ਨੇਤ ਨਮਸਕਾਰ, ਨੇਤ ਨੇਤ ਵਾਰ-ਵਾਰ ਉਸ ਨੂੰ ਸਿਜਦਾ ਕਰਨਾ, ਨਮਸਕਾਰ ਕਰਨਾ। ਕਿਉਂਕਿ ਜਿਹੜਾ ਸਾਡਾ ਅਸਲ ਪਰਮਾਤਮਾ, ਜਿਸ ਨੂੰ ਅਸੀਂ ਇੱਕ ਓੰਕਾਰ ਕਿਹਾ, ਨਿਰਗੁਣ ਨਿਰੰਕਾਰ ਕਿਹਾ, ਵਾਹਿਗੁਰੂ ਕਿਹਾ, ਉਸ ਦੇ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਉਸ ਦੀ ਸਿਫਤ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਲਿਖਿਆ ਸੀ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭਾਵ ਬਾਕੀ ਦੀ ਇਹ ਸਾਰੀ ਸ੍ਰਿਸ਼ਟੀ ਜਿਹੜੀ ਕਿਸੇ ਸਮੇਂ ਵਿੱਚ ਰਚੀ ਗਈ ਹੈ, ਕਿਸੇ ਸਮੇਂ ਵਿੱਚ ਸਾਨੂੰ ਦਿਸ ਰਹੀ ਹੈ, ਕਿਸੇ ਸਮੇਂ ਬਾਅਦ ਇਹਨੇ ਮਿਟ ਜਾਣਾ।
ਜਿਹੜਾ ਨਿਰਗੁਣ ਸਰੂਪ ਹੈ ਉਹ ਸਮੇਂ ਤੋਂ ਪਰਾਂ ਹੈ, ਨਾ ਉਹ ਰਚਿਆ ਗਿਆ ਹੈ ਤੇ ਨਾ ਉਹ ਮਿਟਣ ਵਾਲਾ ਹੈ, ਤੇ ਨਾ ਹੀ ਇਹ ਸਮੇਂ ਦਾ ਉਹਦੇ ਤੇ ਕੋਈ ਪ੍ਰਭਾਵ ਹੈ। ਉਸ ਨੂੰ ਮਹਾਰਾਜ ਸਾਹਿਬ ਨੇ ਅਵਿਨਾਸ਼ੀ ਵੀ ਕਿਹਾ ਬਾਣੀ ਅੰਦਰ। ਸੋ ਨੇਤ ਨੇਤ ਜਹ ਨਿਗਮ ਉਚਰੇ, ਉਹ ਸਾਡਾ ਸਰੂਪ ਨਿਰਗੁਣ ਸਰੂਪ ਆ, ਜਿਹਦਾ ਭੇਤ ਜਾਣਨਾ ਹੈ ਤੇ ਥੋੜਾ ਕਠਨ, ਲੇਕਿਨ ਜਿਸ ਨੂੰ ਹੁਣ ਤੱਕ ਦੇ ਸਾਰੇ ਹੀ ਗੁਣੀ ਜਨ, ਸਾਰੇ ਹੀ ਵੇਦ ਸ਼ਾਸਤਰ ਉਚਾਰਨ ਕਰਤਾ, ਸਾਰੇ ਹੀ ਪੈਗੰਬਰ, ਸਾਰੇ ਹੀ ਜਪੀ ਤਪੀ ਜਿਤਨੇ ਵੀ ਹੋਏ ਹਨ, ਸਭ ਨਮਸਕਾਰਾਂ ਕਰਦੇ ਆਏ ਹਨ। ਘਟ ਘਟ ਵਿਆਪਕ ਅੰਤਰ ਜਾਮੀ, ਤੇ ਉਹੀ ਸਾਡਾ ਸਰੂਪ ਹੈ ਜਿਹੜਾ ਹਰ ਘਟ ਵਿੱਚ ਵਿਆਪਕ ਹੈ। ਘਟ ਘਟ ਤੋਂ ਭਾਵ ਹਰ ਸਰੀਰ ਵਿੱਚ। ਘਟ ਦੇ ਲਫ਼ਜ਼ੀ ਅਰਥ ਇੱਥੇ ਆਪਾਂ ਕਰਾਂਗੇ ਆ ਬੰਤਰ। ਚਲੋ ਘਟ ਵੈਸੇ ਗੁਰਬਾਣੀ ਵਿੱਚ ਘਟ ਸ਼ਬਦ ਕਈ ਅਰਥਾਂ ਵਿੱਚ ਆਇਆ ਤੇ ਇਹਦੇ ਲਈ ਭਾਂਡਾ ਵੀ ਵਰਤਿਆ ਜਾਂਦਾ ਘਟ ਦੇ ਅਰਥਾਂ ਵਿੱਚ। ਸਰੀਰ ਜਿਤਨੇ ਵੀ ਆਕਾਰ ਨੇ ਇਹਨੂੰ ਵੀ ਸ਼ਬਦ ਘਟ ਘਟ ਕਿਹਾ ਗਿਆ। ਉਹ ਭਾਵੇਂ ਸਾਡੇ ਮਨੁੱਖਾਂ ਦੇ ਨੇ, ਪਸ਼ੂਆਂ ਦੇ ਨੇ, ਪੰਛੀਆਂ ਦੇ ਨੇ, ਸ੍ਰਿਸ਼ਟੀ ਦੇ ਨੇ, ਕਾਇਨਾਤ ਦੇ ਨੇ, ਵਨਸਪਤੀ ਦੇ ਨੇ। ਸਾਡਾ ਜਿਹੜਾ ਨਿਰਗੁਣ ਸਰੂਪ ਹੈ ਨਾ ਉਹ ਸਾਰਿਆਂ ਦੇ ਵਿੱਚ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਆਪਾਂ ਵਿਚਾਰਾਂ ਕਰ ਰਹੇ ਹਾਂ, ਮਹਾਰਾਜ ਸਾਹਿਬ ਜੀਆਂ ਨੇ ਉਸੇ ਸਰੂਪ ਦਾ ਵਿਸਥਾਰ ਸਮਝਾਉਂਦੇ ਸਾਨੂੰ ਕਿਹਾ ਸੀ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਹੀ। ਉਹ ਪ੍ਰਮਾਤਮਾ ਨਿਰਗੁਣ ਸਰੂਪ ਜਿਹੜਾ ਭਾਵੇਂ ਅਜੇ ਤੈਨੂੰ ਦਿਸਦਾ ਨਹੀਂ ਹੈ, ਲੇਕਿਨ ਤੇਰੇ ਅੰਦਰ ਬਾਹਰ ਤੇਰੀ ਸ੍ਰਿਸ਼ਟੀ ਵਿੱਚ ਸਾਰੀ ਸ਼ੈ ਦੇ ਵਿੱਚ ਉਹ ਵਰਤ ਰਿਹਾ। ਫਿਰ ਅੱਗੇ ਉਦਾਹਰਨ ਵੀ ਦਿੱਤੇ ਸਨ, ਪੋਹਪ ਮੱਧ ਜਿਉਂ ਬਾਸ ਬਸਤ ਹੈ। ਜਿਵੇਂ ਫੁੱਲ ਹੈ, ਫੁੱਲ ਦੇ ਵਿੱਚ ਖੁਸ਼ਬੂ ਹੈ। ਖੁਸ਼ਬੂ ਫੁੱਲ ਦਿਸ ਪੈਂਦਾ ਹੈ ਕਿਉਂਕਿ ਸਰਗੁਣ ਵਿੱਚ ਹੈ, ਖੁਸ਼ਬੂ ਨਿਰਗੁਣ ਹੈ ਪਰ ਕਿਸੇ ਨੂੰ ਦਿਸਦੀ ਨਹੀਂ, ਪਰ ਹੁੰਦੀ ਉਸੇ ਫੁੱਲ ਵਿੱਚ ਹੀ ਹੈ। ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਇਹ ਉਸ ਨਿਰਗੁਣ ਸਰੂਪ ਦੀ ਕਥਾ ਸਰਵਣ ਕਰਵਾਈ ਮਹਾਰਾਜ ਸਾਹਿਬ ਜੀਆਂ ਨੇ ਸਾਨੂੰ। ਤੈਸੇ ਹੀ ਹਰ ਬਾਹਰ ਭੀਤਰ ਏਕੋ ਜਾਨੋ, ਇਹ ਨਿਰਗੁਣ ਹੀ ਹੈ ਜਿਹੜਾ ਅਜੇ ਸਾਨੂੰ ਦਿਸਦਾ ਨਹੀਂ, ਲੇਕਿਨ ਅਦ੍ਰਿਸ਼ਟ ਹੋ ਕਰਕੇ ਵੀ ਸਾਡੇ ਸਰੀਰ ਨੂੰ ਅੰਦਰੋਂ ਹਰ ਤਰ੍ਹਾਂ ਨਾਲ ਚਲਾ ਰਿਹਾ ਹੈ। ਅਦ੍ਰਿਸ਼ਟ ਹੋ ਕਰਕੇ ਵੀ ਸਾਡੀ ਸਾਰੀ ਗੱਲ ਨੂੰ ਸੁਣ ਸਮਝ ਰਿਹਾ ਹੈ। ਸੋ ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨ੍ਹ ਮਿਟਨ ਭਰਮ ਕੀ ਕਾਈ। ਇਹ ਭਰਮ ਹੀ ਹੈ ਜਿਹੜਾ ਅਜੇ ਤੱਕ ਇਹ ਪਹਿਚਾਨ ਨਹੀਂ ਹੋਈ। ਸੋ ਮਹਾਰਾਜ ਸਾਹਿਬ ਜੀ ਨੇ ਕਿਹਾ ਘਟ ਘਟ ਵਿਆਪਕ ਅੰਤਰਜਾਮੀ, ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਨਿਰਗੁਣ ਸਰੂਪ ਵਿੱਚ ਅਦ੍ਰਿਸ਼ਟ ਸ਼ਕਤੀ ਦੇ ਰੂਪ ਵਿੱਚ ਮੈਂ ਕਹਾਂ, ਇਸ ਸਮੁੱਚੀ ਕਾਇਨਾਤ ਵਿੱਚ, ਖੰਡਾਂ ਬ੍ਰਹਮੰਡਾਂ ਵਿੱਚ, ਲੋਹਾਂ ਆਕਾਰਾਂ ਦੇ ਵਿੱਚ, ਜਿਹੜਾ ਹਰ ਘਟ ਦੇ ਵਿੱਚ, ਹਰ ਆਕਾਰ ਦੇ ਵਿੱਚ ਆਪ ਰਮਿਆ ਹੈ, ਸਮਾਇਆ ਹੈ ਜੀ। ਪੂਰ ਰਿਓ ਜਿਉ ਜਲ ਘਟ ਪਾਨੀ। ਤੇ ਮਹਾਰਾਜ ਸਾਹਿਬ ਜੀਆਂ ਨੇ ਫਿਰ ਅੱਗੇ ਉਦਾਹਰਨ ਵੀ ਦਿੱਤਾ ਭਾਈ ਨੰਦ ਲਾਲ ਸਾਹਿਬ ਜੀ ਕੋ, ਕਿ ਉਹ ਇਸ ਤਰੀਕੇ ਨਾਲ ਪੂਰਨ ਹੈ ਜਿਉਂ ਜਲ ਘਟ ਪਾਨੀ। ਇਹ ਬਹੁਤ ਸੋਹਣਾ ਉਦਾਹਰਨ ਸਮਝਣ ਦੇ ਲਈ ਸਾਡੇ ਬੜੇ ਸਹਾਇਕ ਹੋ ਸਕਦਾ। ਜਲ ਘਟ, ਜਲ ਦਾ ਵੱਡਾ ਸੋਮਾ। ਜਿਵੇਂ ਜਲ ਦਾ ਸਭ ਤੋਂ ਵੱਡਾ ਸੋਮਾ ਸ੍ਰਿਸ਼ਟੀ ਦੇ ਵਿੱਚ ਆਪਾਂ ਵੇਖਾਂਗੇ ਇਸ ਵਕਤ ਸਾਡੇ ਲਈ ਸਮੁੰਦਰ ਹੀ ਹੈ, ਜਿਹਦਾ ਪਾਣੀ ਮਿਣਿਆ ਤੋਲਿਆ ਨਹੀਂ ਜਾਂਦਾ। ਪਰ ਜਿਤਨਾ ਪਾਣੀ ਸਮੁੰਦਰ ਦੇ ਵਿੱਚ ਹੈ, ਤੇ ਜੇਕਰ ਉਸ ਪਾਣੀ ਦੇ ਵਿੱਚ ਆਪਾਂ ਕੋਈ ਬਰਤਨ, ਕੋਈ ਮੰਨ ਲਓ ਮਿੱਟੀ ਦਾ ਕੱਚਾ ਘੜਾ ਡਬੋ ਦਈਏ, ਪਾਣੀ ਦੇ ਵਿੱਚ ਹੀ ਹੈ ਨਾ, ਉਹਦੇ ਬਾਹਰ ਵੀ ਪਾਣੀ ਤੇ ਉਹਦੇ ਅੰਦਰ ਵੀ ਪਾਣੀ ਹੈ, ਪਾਣੀ ਪਾਣੀ। ਜੇਕਰ ਪਾਣੀ ਨੂੰ ਘੜੇ ਵਿੱਚ ਭਰ ਕੇ ਆਪਣੇ ਘਰ ਲਿਆ ਕੇ ਰੱਖ ਲਈਏ ਤਾਂ ਵੀ ਪਾਣੀ, ਫਿਰ ਅਸੀਂ ਕਵਾਂਗੇ ਘੜੇ ਦੇ ਵਿੱਚ ਪਾਣੀ। ਤੇ ਜੇਕਰ ਪਾਣੀ ਭਰਪੂਰ ਹੈ, ਸਮੁੰਦਰ ਦੇ ਵਿੱਚ ਜਲ ਹੀ ਜਲ ਹੈ, ਤੇ ਉਹ ਘੜਾ ਲਿਜਾ ਕਰਕੇ ਸਮੁੰਦਰ ਦੇ ਵਿੱਚ ਰੱਖ ਦਈਏ, ਫਿਰ ਉਹ ਪਾਣੀ ਦੇ ਵਿੱਚ। ਇਹਦਾ ਮਤਲਬ ਘੜੇ ਦਾ ਇੱਕ ਆਕਾਰ ਹੀ ਹੈ, ਹੁਣ ਅੰਦਰ ਵੀ ਹੈ ਤੇ ਬਾਹਰ ਵੀ ਹੈ। ਪਰਮਾਤਮਾ ਦਾ ਜਿਹੜਾ ਨਿਰਗੁਣ ਸਰੂਪ ਹੈ ਨਾ, ਗੁਰਮੁਖੋ ਗੁਰਬਾਣੀ ਨੇ ਵੀ ਇਹਦੀ ਵੱਡੀ ਵਿਆਖਿਆ ਦਿੱਤੀ ਹੈ। ਚਲੋ ਆਪਾਂ ਕੁਝ ਬਚਨ ਅੱਗੇ ਬਾਣੀ ਵਿੱਚੋਂ ਵੀ ਪੜਾਂਗੇ। ਮਹਾਰਾਜ ਸਾਹਿਬ ਕਹਿੰਦੇ ਨੇ, ਠੀਕ ਸਾਡਾ ਰੱਬ ਜੀ ਸਾਡੇ ਨਾਲ ਇਦਾਂ ਚੱਲ ਰਿਹਾ, ਆ ਸਾਡਾ ਆਕਾਰ ਤੇ ਉਸ ਘੜੇ ਦੀ ਤਰ੍ਹਾਂ ਹੈ ਜਿਹਨੂੰ ਤੁਸੀਂ ਭਰ ਕੇ ਸਮੁੰਦਰ ਵਿੱਚ ਹੀ ਛੱਡ ਦਿਓ ਬਸ। ਠੀਕ ਹੈ, ਜੇ ਸਾਨੂੰ ਅਨੁਭਵ ਨਹੀਂ ਹੋਇਆ ਕਿਉਂਕਿ ਅਜੇ ਅਸੀਂ ਗੁਰਮਤਿ ਦੇ ਧਾਰਨੀ ਨਹੀਂ, ਸਾਡੇ ਕੋਲ ਆਪਣਾ ਗੁਰੂ ਦਾ ਇਹ ਦਿੱਤਾ ਅਭਿਆਸ ਨਹੀਂ, ਸਾਡੇ ਕੋਲ ਗੁਰੂ ਸ਼ਬਦ ਦੀ ਵਿਚਾਰ ਘੱਟ ਹੈ, ਸਾਡੇ ਕੋਲ ਆਪਣਾ ਨੇਮ ਘੱਟ ਹੈ, ਤਾਂ ਸਾਨੂੰ ਅਜੇ ਅਭਿਆਸ ਨਹੀਂ ਹੋ ਰਿਹਾ। ਕਿਉਂਕਿ ਉਹ ਨਿਰਗੁਣ ਅਦ੍ਰਿਸ਼ਟ ਹੈ, ਪਰ ਹੈ ਇਸ ਤਰੀਕੇ ਦੇ ਨਾਲ ਜਿਵੇਂ ਘੜੇ ਭਰਿਆ ਹੋਇਆ ਪਾਣੀ ਦਾ ਘੜਾ ਸਮੁੰਦਰ ਦੇ ਵਿੱਚ ਰੱਖਿਆ ਹੋਵੇ, ਤੇ ਉਹਦੇ ਵਿੱਚ ਵੀ ਪਾਣੀ ਤੇ ਉਹਦੇ ਬਾਹਰ ਵੀ ਪਾਣੀ। ਇਸੇ ਤਰ੍ਹਾਂ ਸਾਡੇ ਅੰਦਰ ਵੀ ਰੱਬ ਤੇ ਸਾਡੇ ਬਾਹਰ ਵੀ ਰੱਬ, ਪਰ ਅਜੇ ਉਹ ਨਿਰਗੁਣ ਹੈ। ਇਹ ਪਹਿਲੇ ਸਰੂਪ ਦੀ ਮਹਾਰਾਜ ਸਾਹਿਬ ਵਿਆਖਿਆ ਦੱਸ ਰਹੇ ਨੇ ਨਿਰਗੁਣ ਦੀ। ਫਿਰ ਅੱਗੇ ਸਰਗੁਣ ਦੀ ਵੀ ਗੱਲ ਆਉਣੀ ਹੈ, ਗੁਰ ਸ਼ਬਦ ਦਾ ਭੇਤ ਵੀ ਮਹਾਰਾਜ ਸਾਹਿਬ ਜੀ ਸਾਂਝਾ ਕਰਨਗੇ। ਸੋ ਇੱਥੋਂ ਤੱਕ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀਆਂ ਨੇ ਕਿਹਾ, ਪੂਰ ਰਹਿਓ ਜੋ ਜਲ ਘਟ ਸੁਆਮੀ। ਪਹਿਲਾ ਮੇਰਾ ਸਰੂਪ ਹੈ
ਜਿਹੜਾ ਨਿਰਗੁਣ ਸਰੂਪ ਹੈ ਤੇ ਨਿਰਗੁਣ ਸਰੂਪ ਹਰ ਥਾਂ ਤੇ ਵਿਰਾਜਮਾਨ ਹੈ। ਜਿਹਨੂੰ ਬਾਣੀ ਕਹਿੰਦੀ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਯੋ ਪੁਕਾਰ। ਜਿਹਨੂੰ ਬਾਣੀ ਕਹਿੰਦੀ ਹੈ ਜਤਰ ਤਤਰ ਦਿਸ਼ਾ ਵਿਸ਼ਾ ਹੋਇ ਫੈਲਿਓ ਅਨੁਰਾਗ। ਜਿਹਨੂੰ ਮਹਾਰਾਜ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਜਹ ਜਹ ਪੇਖੂ ਤਹ ਹਜੂਰ ਦੂਰ ਕਤੁ ਨਾ ਜਾਈ ਰਵ ਰਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸੋ ਇਸ ਤਰੀਕੇ ਦੇ ਨਾਲ ਧੰਨ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਆਪਣੇ ਅਨੰਨ ਪਿਆਰੇ ਸਿੱਖ ਭਾਈ ਨੰਦ ਲਾਲ ਸਾਹਿਬ ਜੀ ਕੋ ਆਪਣਾ ਇਹ ਜਿਹੜਾ ਸਰੂਪ ਹੈ ਇਹਦੀ ਜਾਣਕਾਰੀ ਤੇ ਖਾਲਸੇ ਦੀ ਜੋ ਰਹਿਤ ਵਹਿਤ ਹੈ ਉਹਦਾ ਸਾਰਾ ਵਿਸਥਾਰ ਦ੍ਰਿੜ ਕਰਵਾ ਰਹੇ ਨੇ। ਸੋ ਇੱਕ ਕਥਾ ਸੋਹਣੀ ਲੰਬੀ ਕਥਾ ਹੈ ਜਿਹੜੀ ਕਿ ਤਕਰੀਬਨ 2-3 ਦਿਨ ਆਪਾਂ ਨੂੰ ਲੱਗਣਗੇ ਸਾਰੇ ਵਿਸਥਾਰ ਵਿੱਚ ਪੜ੍ਹਦਿਆਂ ਸੁਣਦਿਆਂ। ਅੱਜ ਸਮੇਂ ਹੋ ਚੁੱਕੇ ਨੇ, ਆਪਾਂ ਇਹਨਾਂ ਵਿਚਾਰਾਂ ਨੂੰ ਇੱਥੇ ਹੀ ਸੰਕੋਚਦੇ ਹਾਂ। ਕੱਲ ਨੂੰ